ਹੁਣ ਸੀਐਮ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ, ਜਿਸ ਤੋਂ ਬਾਅਦ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਰਲ ਕੇ ਤਿੱਖਾ ਨਿਸ਼ਾਨਾ ਸਾਧਿਆ ਹੈ। ਆਖਰ ਇਹ ਵੀਡੀਓ ਦੇ ਵਿੱਚ ਹੈ ਕਿ ਜਿਸ ਤੋਂ ਬਾਅਦ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸੀਐਮ ਮਾਨ ਤੇ ਧਾਵਾ ਬੋਲਦੀਆਂ ਨਜ਼ਰ ਆ ਰਹੀਆਂ ਨੇ। ਗੱਲਬਾਤ ਉਸ ਵੀਡੀਓ ਦੀ ਕਰਾਂਗੇ, ਨਾਲ ਹੀ ਨਾਲ ਗੱਲਬਾਤ ਕਰਾਂਗੇ ਸੁਨੀਲ ਜਾਖੜ ਦੀ। ਕੀ ਸੁਨੀਲ ਜਾਖੜ ਦੀ ਪ੍ਰਧਾਨਗੀ ਤੇ ਵੀ ਸਵਾਲੀਆ ਨਿਸ਼ਾਨ ਨੇ? ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਇਸ ਕੁਰਸੀ ਦੇ ਉੱਪਰ, ਇਸ ਪ੍ਰਧਾਨਗੀ ਦੇ ਉੱਪਰ ਕੋਈ ਫੈਸਲਾ ਲੈ ਸਕਦੀ ਹੈ? ਗੱਲਬਾਤ ਇਸ ਦੇ ਉੱਪਰ। ਨਾਲ ਗੱਲਬਾਤ ਕਰਾਂਗੇ ਮਨਪ੍ਰੀਤ ਬਾਦਲ ਦੀ ਚੱਲ ਰਹੀ ਵਿਜੀਲੈਂਸ ਜਾਂਚ ਦੀ। ਜਾਂਚ ਦੇ ਵਿੱਚ ਕੁਝ ਵੱਡੇ ਖੁਲਾਸੇ ਹੋਏ ਨੇ, ਜਿਸ ਤੋਂ ਬਾਅਦ ਵਿਜੀਲੈਂਸ ਦਾ ਸਿਕੰਜਾ ਮਨਪ੍ਰੀਤ ਬਾਦਲ ਦੇ ਦੁਆਰੇ ਕੱਸਦਾ ਹੋਇਆ ਨਜ਼ਰ ਆ ਰਿਹਾ ਹੈ। ਆਖਰ ਕਿਹੜੇ ਤੱਥ, ਕਿਹੜੇ ਖੁਲਾਸੇ ਇਸ ਜਾਂਚ ਦੇ ਵਿੱਚ ਹੋਏ ਨੇ? ਗੱਲਬਾਤ ਉਸ ਦੇ ਉੱਪਰ ਵੀ। ਤੇ ਅਹਿਮ ਖਬਰ, ਕੱਚੇ ਅਧਿਆਪਕ ਜਿਹੜੇ ਕੱਲ ਮਾਨ ਸਰਕਾਰ ਵੱਲੋਂ ਪੱਕੇ ਕੀਤੇ ਗਏ ਨੇ, ਲੇਕਿਨ ਪੱਕੇ ਕੀ ਹੋਏ ਇਹਨਾਂ ਅਧਿਆਪਕਾਂ ਦੇ ਵੱਲੋਂ ਸਰਕਾਰ ਦੇ ਆਰਡਰ ਮੰਨਣ ਤੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਹੈ। ਕਿਉਂ ਇਨਕਾਰ ਕੀਤਾ ਗਿਆ ਹੈ? ਆਖਰ ਇਹਨਾਂ ਪੱਕੇ ਹੋਏ ਅਧਿਆਪਕਾਂ ਦੀ ਹੁਣ ਮੰਗ ਕੀ ਹੈ? ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਜੀ, ਖਬਰ ਬੜੀ ਅਹਿਮ ਹੈ। ਇੱਕ ਵੀਡੀਓ ਵਾਇਰਲ ਹੋਈ ਹੈ ਹੁਣ ਸੀਐਮ ਸਾਹਿਬ ਦੀ, ਉਹਦੇ ਉੱਪਰ ਤਿੱਖੇ ਨਿਸ਼ਾਨੇ ਸਾਰੇ ਵਿਰੋਧੀ ਦਲ ਇਕੱਠੇ ਹੋ ਕੇ ਕਰਦੇ ਨਜ਼ਰ ਆ ਰਹੇ ਨੇ। ਉਹ ਖਬਰ ਦੇ ਉੱਪਰ ਆਪਾਂ ਬਾਅਦ 'ਚ ਗੱਲਬਾਤ ਕਰਦੇ ਹਾਂ, ਲੇਕਿਨ ਪਹਿਲਾਂ ਅਹਿਮ ਖਬਰ, ਕੱਲ 12,700 ਅਧਿਆਪਕ ਨੇ ਜਿਹੜੇ ਕੱਚੇ ਸੀ, ਉਹਨਾਂ ਨੂੰ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਹੈ। ਕੁਝ ਅਧਿਆਪਕ ਭਾਵੁਕ ਹੋ ਕੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਧੰਨਵਾਦ ਕਰਦੇ ਨਜ਼ਰ ਆਏ ਨੇ, ਲੇਕਿਨ ਕੁਝ ਉਹ ਅਧਿਆਪਕ ਜਿਹੜੇ ਅਜੇ ਵੀ ਟੈਂਕੀਆਂ ਦੇ ਉੱਪਰ ਚੜ੍ਹੇ ਹੋਏ ਨੇ, ਉਹਨਾਂ ਦੇ ਵੱਲੋਂ ਇਹਨਾਂ ਆਰਡਰਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਉਹਨਾਂ ਨੇ ਇਹਨਾਂ ਆਰਡਰਾਂ ਨੂੰ ਕੋਝਾ ਮਜ਼ਾਕ ਦੱਸਿਆ। ਆਖਰ ਕੀ ਕਾਰਨ ਰਹੇ ਕਿ ਉਹਨਾਂ ਦੇ ਵੱਲੋਂ ਸਰਕਾਰ ਦੇ ਇਹਨਾਂ ਆਰਡਰਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਗਿਆ, ਤੇ ਜੋ ਆਰਡਰ ਮਿਲੇ ਨੇ ਅਸਲ ਦੇ ਵਿੱਚ ਉਹਨਾਂ ਦੇ ਵਿੱਚ ਹੈ ਕੀ, ਕਿ ਜਿਸ ਮਾਮਲੇ ਨੂੰ ਲੈ ਕੇ ਅਜੇ ਵੀ ਅਧਿਆਪਕ ਆਪਣੀਆਂ ਨਵੀਆਂ ਮੰਗਾਂ ਨੂੰ ਲੈ ਕੇ ਅੜ ਗਏ ਨੇ? ਆਰਡਰਾਂ ਦੇ ਵਿੱਚ ਹੈ ਕੀ ਅਸਲ ਦੇ ਵਿੱਚ? ਮਾਨ ਸਾਹਿਬ, ਕੱਲ ਪੰਜਾਬ ਸਰਕਾਰ ਵੱਲੋਂ 12,700 ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਤੇ ਉਹਨਾਂ ਨੂੰ ਚੰਡੀਗੜ੍ਹ ਵਿਖੇ ਸੱਦ ਕੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਤੇ ਬੀਤੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕੁਝ ਅਧਿਆਪਕਾਂ ਦੀਆਂ ਅੱਖਾਂ ਵਿੱਚ ਅਥਰੂ ਵੀ ਸਨ ਤੇ ਉਹ ਮਾਨ ਸਰਕਾਰ ਦਾ ਧੰਨਵਾਦ ਕਰਦੇ ਨਜ਼ਰ ਆਏ। ਪਰ ਦੂਸਰੇ ਪਾਸੇ ਵੇਖਿਆ ਜਾਵੇ ਕਿ ਜਿਹੜੇ ਅਧਿਆਪਕ ਕੱਲ 12,500 ਜਾਂ 700 ਜਿਨ੍ਹਾਂ ਨੂੰ ਪੱਕਿਆਂ ਕੀਤਾ ਗਿਆ, ਇਹਨਾਂ ਵਿੱਚੋਂ ਜ਼ਿਆਦਾਤਰ ਕੁਝ ਅਧਿਆਪਕ ਅਜਿਹੇ ਨੇ ਜਿਹੜੇ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਆ, ਔਰ ਜਿਹਦੇ ਸੰਬੰਧੀ ਸੁਖਪਾਲ ਸਿੰਘ ਖਹਿਰਾ ਨੇ ਵੀ ਆਵਾਜ਼ ਜਿਹੜੀ ਉਠਾਈ ਆ। ਚਲੋ, ਉਹ ਕਿਉਂ ਠੱਗੇ ਮਹਿਸੂਸ ਕਰ ਰਹੇ ਆ ਜਾਂ ਕਿਉਂ ਸੁਖਪਾਲ ਸਿੰਘ ਖਹਿਰਾ ਹੋਣੀ ਜਾਂ ਬਾਕੀ ਵਿਰੋਧੀਆਂ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ ਇਸ ਮੁੱਦੇ ਤੇ ਆਈ ਹੈ, ਇਸ ਦੀ ਗੱਲ ਤਾਂ ਵਿਸਥਾਰ ਬਾਅਦ ਚ ਕਰਦੇ ਆ। ਪਰ ਉਸ ਤੋਂ ਪਹਿਲਾਂ ਇੱਕ ਗੱਲ ਇਹ ਕਰਨੀ ਜ਼ਰੂਰੀ ਆ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦੌਰ ਦੇ ਵਿੱਚ ਜਦੋਂ ਸਰਕਾਰ ਬਣੀ ਤਾਂ ਇਹਨਾਂ ਨੇ 29,000 ਜਾਂ 30,000 ਮੁਲਾਜ਼ਮ, ਕੱਚੇ ਮੁਲਾਜ਼ਮਾਂ ਨੂੰ ਇੱਕ ਵਿਸ਼ੇਸ਼ ਕਾਡਰ ਰਾਹੀਂ ਪੱਕੇ ਕਰਨ ਦਾ ਮਨ ਜਿਹੜਾ ਬਣਾਇਆ ਜਾਂ ਐਲਾਨ ਕੀਤਾ ਸੀ। ਉਹੋ ਜਿਹਾ ਐਲਾਨ ਚਰਨਜੀਤ ਸਿੰਘ ਚੰਨੀ ਨੇ ਵੀ ਕੀਤਾ ਸੀ। 36,000 ਮੁਲਾਜ਼ਮ ਕਹਿੰਦਾ ਸੀ ਮੈਂ ਠੇਕੇ ਤੇ ਜਿਹੜੇ ਕੰਮ ਕਰਦੇ ਆ ਵੱਖ-ਵੱਖ ਵਿਭਾਗਾਂ 'ਚ, ਉਹਨਾਂ ਨੂੰ ਪੱਕਿਆਂ ਕਰ ਦੇਣਾ। ਉਸ ਤੋਂ ਪਹਿਲਾਂ ਬਾਕੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਕੀਤਾ, ਭਾਵ ਕਿ ਇਹ 35-36,000 ਮੁਲਾਜ਼ਮ ਅਜਿਹਾ ਮੁਲਾਜ਼ਮ ਸੀ ਜਿਹੜਾ ਬੀਤੇ ਦੌਰ ਜਾਂ ਹੈਗਾ, ਜਿਹੜਾ ਵੱਖ-ਵੱਖ ਸਰਕਾਰਾਂ ਨੇ ਆਪਣੇ ਹਿਸਾਬ ਨਾਲ ਪੱਕੇ ਜ਼ਰੂਰ ਕੀਤੇ, ਪਰ ਉਹ ਇੰਨੇ ਕੁ ਪੱਕੇ ਬਣ ਗਏ, ਉਹ ਖਿੰਗਰ ਬਣ ਗਏ, ਪਰ ਸਹੂਲਤਾਂ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਮਿਲੀਆਂ। ਤੇ ਉਹੀ ਅਧਿਆਪਕ ਜਿਨ੍ਹਾਂ ਨੂੰ ਕਦੀ ਚੰਨੀ ਪੱਕਿਆਂ ਕਰਦਾ ਸੀ ਤੇ ਕਦੇ ਭਗਵੰਤ ਮਾਨ ਦੀ ਸਰਕਾਰ ਨੇ ਪੱਕਿਆਂ ਕੀਤੇ, ਉਹ ਸੰਗਰੂਰ ਦੇ ਵਿੱਚ ਜਾਂ ਚੰਨੀ ਸਰਕਾਰ ਦੇ ਸਮੇਂ ਕਿਸ ਤਰੀਕੇ ਨਾਲ ਡੀਐਸਪੀ ਕੋਲ ਡੰਡੇ ਖਾਂਦੇ ਦਿਖਾਈ ਦਿੱਤੇ, ਤੇ ਉਸੇ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਵੀ ਸੰਗਰੂਰ 'ਚ ਜੋ ਅਧਿਆਪਕਾਂ ਦਾ ਹਾਲ ਪੰਜਾਬ ਪੁਲਿਸ ਨੇ ਕੀਤਾ ਬੀਤੇ ਦਿਨਾਂ 'ਚ, ਉਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਹੈ। ਹੁਣ ਸਥਿਤੀ ਇਹ ਆ ਕਿ ਕੱਲ ਮਾਨ ਸਰਕਾਰ ਨੇ ਇਹਨਾਂ ਨੂੰ ਰੈਗੂਲਰ ਕਰਨ ਦਾ ਚਿੱਠੀ ਪੱਤਰ ਦੇ ਦਿੱਤਾ ਕਿ ਟੀਚਰ ਵੀ ਖੁਸ਼ ਹੋਏ, ਪਰ ਅਜੇ ਵੀ ਟੀਚਰਾਂ ਦਾ ਸੰਘਰਸ਼ ਅਜੇ ਮੁੱਕਾ ਨਹੀਂ। ਹੁਣ ਇਹਦੇ ਵਿੱਚੋਂ ਅਹਿਮ ਨਵੇਂ ਖੁਲਾਸੇ ਇਹ ਹੋਏ ਆ ਕਿ ਇਹ ਵਾਕਿਆ ਹੀ, ਪਹਿਲੀ ਤਾਂ ਗੱਲ ਇਹ ਕਹਿ ਲਈ ਕਿ ਇਹ ਵਾਕਿਆ ਹੀ ਉਹ 36,000 ਮੁਲਾਜ਼ਮ ਜਾਂ 30,000 ਮੁਲਾਜ਼ਮਾਂ ਦੇ ਵਿੱਚੋਂ ਇਹ 12,700 ਮੁਲਾਜ਼ਮ ਉਹ ਮੁਲਾਜ਼ਮ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ ਕਾਡਰ ਦੇ ਰਾਹੀਂ
ਰੈਗੂਲਰ ਕੀਤਾ ਹੈਗਾ। ਕਿਉਂਕਿ ਇਹ ਕਮੇਟੀ ਜਿਹੜੀ ਆ ਅੱਜ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇਂ ਵੀ ਬਣੀ ਸੀ, ਉਹਦੇ ਵਿੱਚ ਉਸ ਸਮੇਂ ਦੇ ਤ੍ਰਿਪਤ ਬਾਜਵਾ ਤੇ ਖਜ਼ਾਨਾ ਮੰਤਰੀ ਜਿਹਨੂੰ ਪੀਪਾ ਮੰਤਰੀ ਆਪਣੇ ਮਨਪ੍ਰੀਤ ਸਿੰਘ ਬਾਦਲ ਇਹੋ ਜਿਹੇ ਬੰਦੇ ਸੀ। ਪਰ ਉਸ ਤੋਂ ਮਗਰੋਂ ਸਰਕਾਰ ਜਦੋਂ ਚਰਨਜੀਤ ਸਿੰਘ ਚੰਨੀ ਦੀ ਚਲੀ ਜਾਂਦੀ ਆ ਤਾਂ ਫਿਰ ਅਜਿਹੀ ਕਮੇਟੀ ਉਹੀ ਕਮੇਟੀ ਦਾ ਦੂਜਾ ਰੂਪ ਹਰਪਾਲ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਆਉਂਦਾ। ਕਿਉਂਕਿ ਇਸ ਬੰਦੇ ਮੈਂ ਪੂਰਾ ਵਿਸ਼ਲੇਸ਼ਣ ਜਿਹੜਾ ਉਹ ਕੀਤਾ ਸੀ ਤਾਂ ਉਦੋਂ ਕਹਿੰਦੇ ਸੀ ਕਿ ਵਿਸ਼ੇਸ਼ ਕਾਡਰ ਬਣਾਇਆ ਜਾਵੇ ਕਿ ਜਿਨ੍ਹਾਂ ਦੇ ਤਹਿਤ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਜਿਹੜੇ ਕਰਮਚਾਰੀ ਆ ਜਿਹੜੇ ਕੱਚੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ। ਸੋ ਭਾਵ ਉਹਨਾਂ 29,000 ਮੁਲਾਜ਼ਮਾਂ ਦੇ ਵਿੱਚੋਂ 12,700 ਜਾਂ 500 ਬੰਦਿਆਂ ਨੂੰ ਜਿਹੜੇ ਟੀਚਰ ਨੇ ਉਹਨਾਂ ਨੂੰ ਕੱਲ ਰੈਗੂਲਰ ਕਰਕੇ ਮਾਨ ਸਰਕਾਰ ਨੇ ਆਪਣੀ ਪਿੱਠ ਜਿਹੜੀ ਆ ਉਹ ਥਾਪੜੀ ਆ। ਪਰ ਇਹਦੇ ਵਿੱਚ ਨਿਕਲਿਆ ਕੱਖ ਨਹੀਂ, ਪੁੱਟਿਆ ਪਹਾੜ ਤੇ ਨਿਕਲਿਆ ਚੂਹੇ ਵਾਲੀ ਗੱਲ ਹੋਈ ਆ। ਅਧਿਆਪਕ ਜਾਂ ਉਹ ਕੱਚੇ ਕਰਮਚਾਰੀ ਇਸ ਆਸ ਦੇ ਵਿੱਚ ਸਨ ਕਿ ਜਦੋਂ ਸਰਕਾਰ ਉਹਨਾਂ ਨੂੰ ਰੈਗੂਲਰ ਕਰੇਗੀ ਤਾਂ ਉਹਨਾਂ ਨੂੰ ਬਰਾਬਰ ਦੂਜੇ ਜਿਹੜੇ ਰੈਗੂਲਰ ਕੰਮ ਕਰ ਰਹੇ ਆ ਤੇ ਕਰਮਚਾਰੀ ਉਹਨਾਂ ਦੇ ਬਰਾਬਰ ਤਨਖਾਹਾਂ ਭੱਤੇ ਸਭ ਕੁਝ ਉਸ ਤਰੀਕੇ ਦਾ ਮਿਲੇਗਾ ਜਿਹੜੇ ਉਹਨਾਂ ਦੇ ਸਾਥੀ ਲੈਂਦੇ ਨੇ। ਪਰ ਇਸ ਤੋਂ ਵੱਡਾ ਕੋਝਾ ਮਜ਼ਾਕ ਹੋਰ ਕੀ ਹੋ ਸਕਦਾ। ਕੇਵਲ ਤੇ ਕੇਵਲ ਇਹਨਾਂ ਨੂੰ ਕੱਚੇ ਤੋਂ ਸਿਰਫ ਤੇ ਸਿਰਫ ਰੈਗੂਲਰ ਦਾ ਨਿਯੁਕਤੀ ਪੱਤਰ ਦੇ ਦਿੱਤਾ ਗਿਆ। ਬਾਕੀ ਕੋਈ ਵੀ ਸਹੂਲਤ ਜਿਹੜੀ ਰੈਗੂਲਰ ਕਰਮਚਾਰੀਆਂ ਨੂੰ ਮਿਲਦੀ ਆ ਉਹ ਇੱਕ ਵੀ ਸਹੂਲਤ ਜਿਹੜੀ ਆ ਇਹਨਾਂ ਨੂੰ ਨਹੀਂ ਦਿੱਤੀ ਗਈ। ਤੇ ਜੇਕਰ ਤਨਖਾਹ ਦੀ ਗੱਲ ਕਰਦੀਏ ਤਾਂ ਤਨਖਾਹ ਸਿਰਫ 5% ਵਧਾ ਕੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਜਿਸ ਤਰ੍ਹਾਂ ਉਹਨਾਂ ਅਧਿਆਪਕਾਂ ਨੂੰ 23,500 ਰੁਪਈਆ ਤਨਖਾਹ ਮਿਲਦੀ ਸੀ, ਉਹਦੇ ਵਿੱਚ 5% ਜਾਂ 10% ਦਾ ਵਾਧਾ ਕਰਕੇ ਸਿਰਫ ਤੇ ਸਿਰਫ ਉਹਨਾਂ ਨੂੰ ਉਹ ਰੈਗੂਲਰ ਕੀਤਾ ਗਿਆ, ਨਾ ਕਿ ਉਹਨਾਂ ਨੂੰ ਬਿਲਕੁਲ ਉਸ ਤਰੀਕੇ ਦੇ ਬਣਦੇ ਭੱਤੇ ਟੀਏ ਡੀਏ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਸੀ ਜਿਹੜੀ ਰੈਗੂਲਰ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਆ। ਭਾਵ ਉਹਨਾਂ ਦੀ ਬੇਸਿਕ ਦੇ ਆਧਾਰ ਤੇ ਟੀਏ ਕਿੰਨਾ ਡੀਏ ਕਿੰਨਾ ਇਹ ਕੁਝ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ। ਸਿਰਫ ਤੇ ਸਿਰਫ ਉਹਨਾਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਪੱਕੇ ਤੇ ਨਾਲ ਉਹਨਾਂ ਨੂੰ ਤਨਖਾਹਾਂ ਦੇ ਵਿੱਚ ਵਾਧਾ 5% ਕਰ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਹਰ ਸਾਲ ਜਿਹੜੀ ਤੁਹਾਡੀ ਤਨਖਾਹ ਜਿਹੜੀ ਆ ਉਹ ਵਧਾਈ ਜਾਂਦੀ ਰਹੇਗੀ। ਭਾਵ ਜਿਹੜੇ 12,000 ਜਾਂ 20,000 ਮਿਲਦਾ ਸੀ ਉਸ ਦੀ 30,000 ਹੋ ਗਈ। ਤਾਂ ਉਹ ਟੀਚਰ ਇੰਨੇ ਨੂੰ ਲੈ ਕੇ ਕੁਝ ਸੰਤੁਸ਼ਟ ਹੋ ਗਏ ਜਿਹੜੀ ਆਪਣੀ ਉਮਰ ਦੇ ਆਖਰੀ ਮੁਹਾਸ਼ਤੇ ਆ, ਜਿਨ੍ਹਾਂ ਨੂੰ ਉਹਨਾਂ ਵਾਸਤੇ ਵੀ ਇਹ ਜਿਸ ਤਰ੍ਹਾਂ ਕਹਿੰਦੇ ਕੀੜੀ ਪਾਣੇ ਠੂਠਾ ਧਰਿਆ ਉਹਨਾਂ ਨੂੰ ਇਹ ਲੱਗ ਰਿਹਾ। ਪਰ ਉਹ ਜਿਹੜੇ ਟੀਚਰ ਉਹ ਅਧਿਆਪਕ ਜਾਂ ਉਹ ਕਰਮਚਾਰੀ ਜਿਨ੍ਹਾਂ ਦਾ ਅਜੇ ਲੰਮਾ ਜੀਵਨ ਇਸ ਮਹਿਕਮੇ 'ਚ ਵਾਪਰਦਾ ਅਜੇ ਵੀ ਟੈਂਕੀਆਂ ਤੇ ਚੜੇ ਆ, ਅਜੇ ਵੀ ਸਰਕਾਰ ਦੀ ਇਸ ਗੱਲਾਂ ਤੇ ਇਹ ਖਫਾ ਨੇ। ਕਿਉਂਕਿ ਸਰਕਾਰ ਨੇ ਇਹਦੇ ਵਿੱਚ ਬੜੇ ਕੁਝ ਸ਼ਰਤਾਂ ਇਸ ਤਰ੍ਹਾਂ ਦੀਆਂ ਰੱਖੀਆਂ ਕਿ ਉਹਨਾਂ ਨੂੰ ਕੋਈ ਜੀਪੀ ਫੰਡ ਕੋਈ ਪੈਨਸ਼ਨ ਦੀ ਜਾਂ ਕੁਝ ਵੀ ਇਹੋ ਜਿਹਾ ਉਹਨਾਂ ਨੂੰ ਨਹੀਂ ਮਿਲਣਾ ਜਿਹੜਾ ਰੈਗੂਲਰ ਦੂਜੇ ਕਰਮਚਾਰੀਆਂ ਨੂੰ ਮਿਲਦਾ। ਦੂਜੇ ਪਾਸੇ ਇਹਦੇ ਵਿੱਚ ਰੱਖਿਆ ਗਿਆ ਸਰਕਾਰ ਨੇ ਕਿ ਇਹਦੇ 'ਚ ਤੁਹਾਨੂੰ ਮੈਟਰਨਿਟੀ ਲੀਵ ਦਿੱਤੀ ਜਾਏਗੀ। ਹੁਣ ਇਹਦੇ ਵਿੱਚ ਜ਼ਿਆਦਾ ਕਰਮਚਾਰੀ ਅਜਿਹੇ ਨੇ ਕਿ ਜਿਨ੍ਹਾਂ ਦੀ ਉਮਰ 40 55 ਸਾਲ ਹੋ ਗਿਆ। ਉਹਨਾਂ ਨੇ ਉਸ ਮੁੱਦੇ ਨੂੰ ਲੈ ਕੇ ਕੀ ਕਰਨਾ ਸਰਕਾਰ ਦਾ ਇਹ ਵੀ ਕੋਝਾ ਮਜ਼ਾਕ ਆ। ਔਰ ਵੱਡੀ ਗੱਲ ਇਹ ਕਿ ਪ੍ਰਮਾਤਮਾ ਨਾ ਕਰੇ ਕਿ ਇਸ ਡਿਊਟੀ ਜਦੋਂ ਉਹ ਸੇਵਾ ਕਰ ਰਹੇ ਨੇ ਮਹਿਕਮੇ ਦੀ ਜਿੰਨਾ ਚਿਰ ਉਹ ਸੇਵਾ ਮੁਕਤੀ ਨਹੀਂ ਹੋ ਜਾਂਦੇ, ਰੱਬ ਨਾ ਕਰੇ ਕਿ ਕਿਸੇ ਨਾ ਕੋਈ ਭਾਣਾ ਜਿਹੜਾ ਵਾਪਰ ਜਾਂਦਾ ਤੇ ਉਸ ਦੇ ਪਰਿਵਾਰ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਸਹੂਲਤ ਜਿਹੜੀ ਆ ਉਹ ਨਹੀਂ ਦਿੱਤੀ ਜਾਣੀ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਇਹ ਜਿਹੜੇ ਕਰਮਚਾਰੀ ਨੇ ਜਿਨ੍ਹਾਂ ਨੂੰ ਕੱਲ ਮਾਨ ਸਰਕਾਰ ਨੇ ਪੱਕਿਆ ਕੀਤਾ, ਉਹਨਾਂ ਵਿਸ਼ੇਸ਼ ਕਾਡਰ ਸਕੀਮ ਦੇ ਤਹਿਤ ਜਿਹੜੀ ਬੜੇ ਬੀਤੇ ਲੰਮੇ ਸਮੇਂ ਤੋਂ ਚੱਲ ਰਹੀ ਸੀ ਜਾਂ ਜਿਸ ਨੂੰ ਬਣਾਉਣ ਦੀਆਂ ਯੋਜਨਾਵਾਂ ਚੱਲ ਰਹੀਆਂ ਸਨ ਤੇ ਉਹਦੇ ਵਾਸਤੇ ਵੱਖ-ਵੱਖ ਵਿਭਾਗਾਂ ਵਿੱਚ ਠੇਕੇ ਦੇ ਕੰਮ ਕਰਦੇ ਕਰਮਚਾਰੀ ਮਾਨ ਸਾਹਿਬ ਇੰਨੇ ਆਸਵੰਦ ਸਨ ਮਾਨ ਸਰਕਾਰ ਤੇ, ਸੋਚਦੇ ਸਨ ਕਿ ਸ਼ਾਇਦ ਇਹ ਉਹਨਾਂ ਦਾ ਬੇੜਾ ਪਾਰ ਕਰ ਦੇਗੀ ਤੇ 58 ਸਾਲ ਤੱਕ ਉਹਨਾਂ ਨੂੰ ਸੇਫ ਨੌਕਰੀ ਮਿਲੇਗੀ ਜਾਂ ਕਿਸੇ ਵੀ ਕਿਸਮ ਦਾ ਕੋਈ ਬੋਝ ਨਹੀਂ ਹੋਏਗਾ। ਪਰ ਕੱਲ ਉਸ ਵਿਸ਼ੇਸ਼ ਕਾਡਰ ਸਕੀਮ ਦੇ ਤਹਿਤ ਜਿਹੜੀ ਸਕੀਮ ਦੇ ਤਹਿਤ ਇਹਨਾਂ ਨੇ ਪੱਕਿਆ ਕਰਦਾ ਸੀ, ਪਹਿਲੀ ਖੇਪ ਜਿਹੜੀ ਆ ਉਹ ਰੈਗੂਲਰ ਕੀਤੀ ਗਈ ਆ। ਤੇ ਜੇਕਰ ਵਾਕਿਆ ਹੀ ਬਾਕੀ ਜਿਹੜੇ ਰਹਿੰਦੇ ਕਰਮਚਾਰੀ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਜੇਕਰ ਇਸੇ ਸਕੀਮ ਦੇ ਤਹਿਤ ਉਹਨਾਂ ਨੂੰ ਪੱਕਿਆ ਕਰਦੀ ਆ ਤਾਂ ਮੇਰਾ ਨਹੀਂ ਖਿਆਲ ਕਿ ਕੋਈ ਵੀ ਕਰਮਚਾਰੀ ਵਰਗ ਪੰਜਾਬ ਸਰਕਾਰ ਤੋਂ ਇੰਨਾ ਖੁਸ਼ ਹੋਵੇਗਾ। ਕੇਵਲ ਤਨਖਾਹਾਂ ਦੇ ਵਾਧੇ ਨੂੰ ਲੈ ਕੇ ਤਾਂ ਸੰਤੁਸ਼ਟੀ ਉਹ ਵੀ ਮਾਮੂਲੀ ਵਾਧਾ ਹੋ ਸਕਦਾ ਕਿਉਂਕਿ ਇੱਕ ਪਾਸੇ ਇੱਕ ਰੈਗੂਲਰ ਕਰਮਚਾਰੀ 80,000 ਸੈਲਰੀ ਲੈ ਰਿਹਾ ਉਸੇ ਸਕੂਲ 'ਚ ਕੰਮ ਕਰਦਾ, ਦੂਜੇ ਪਾਸੇ ਉਹੀ ਰੈਗੂਲਰ ਕਰਮਚਾਰੀ 30,000 ਸੈਲਰੀ ਲੈ ਰਿਹਾ ਪਰ ਉਹਤੇ ਪੱਕੇ ਦਾ ਠੱਪਾ ਲਾ ਕੇ ਉਸ ਨੂੰ ਕਹਿ ਦਿੱਤਾ ਗਿਆ ਕਿ ਤੂੰ ਕੰਮ ਕਰ। ਤਾਂ ਕਿਸ ਤਰੀਕੇ ਨਾਲ ਉਹ ਆਤਮਕ ਆਪਣੇ ਮਾਨਸਿਕ ਬੋਝ ਤੋਂ ਮੁਕਤ ਹੋ ਕੇ ਕਿਸ ਤਰੀਕੇ ਨਾਲ ਨਿਰਪੱਖਤਾ ਨਾਲ ਜਾਂ ਨਿਰਭੈ ਹੋ ਕੇ ਉਹ ਡਿਊਟੀ ਦੇ ਸਕੇਗਾ, ਇਹ ਵੀ ਉੱਥੇ ਪ੍ਰਸ਼ਨ ਚਿੰਨ੍ਹ ਜਿਹੜਾ ਲੱਗਦਾ। ਸੋ ਸਰਕਾਰ ਨੇ ਇਹ ਜਿਹੜਾ ਵਿਸ਼ੇਸ਼ ਕਾਡਰ ਸਕੀਮ ਦੇ ਤਹਿਤ ਇਹਨਾਂ ਨੂੰ ਪੱਕਿਆ ਕੀਤਾ ਤੇ ਹੁਣ ਬਾਕੀਆਂ ਨੂੰ ਵੀ ਇਸ ਸਕੀਮ ਦੇ ਤਹਿਤ ਪੱਕਿਆ ਕੀਤਾ ਜਾਣਾ। ਮੇਰਾ ਨਹੀਂ ਖਿਆਲ ਕਿ ਉਹ ਕਰਮਚਾਰੀ ਵਰਗ ਜਿਹੜਾ ਸਰਕਾਰ ਤੇ ਆਸਾਂ ਲਾ ਕੇ ਬੀਤੇ ਲੰਮੇ ਸਮੇਂ ਤੋਂ ਬੈਠਾ ਸੀ ਕਿ ਹਾਂ ਭਈ ਅਸੀਂ ਇਸ ਸੰਬੰਧੀ ਸਰਕਾਰ ਸੰਤੁਸ਼ਟ ਕਰੇਗੀ, ਮੇਰਾ ਨਹੀਂ ਖਿਆਲ ਕਿ ਉਹ ਸੰਤੁਸ਼ਟ ਹੋ ਸਕਣ। ਹੁਣ ਸੁਖਪਾਲ ਸਿੰਘ ਖਹਿਰਾ ਹੋਣਾ ਹੀ ਜਿਹੜੇ ਵੱਖ-ਵੱਖ ਮੌਕਿਆਂ 'ਤੇ ਸਰਕਾਰ ਨੂੰ ਘੇਰਦੇ ਆ, ਉਹਨਾਂ ਨੇ ਬਕਾਇਦਾ ਤੌਰ ਤੇ ਹਾਸ਼ੀਏ ਲਾ ਕੇ ਜਿਹੜੇ ਨੁਕਤੇ ਨੇ
ਉਹ ਉਭਾਰੇ ਨੇ, ਤਾਂ ਉਹ ਨੁਕਤੇ ਜਿਹੜੇ ਉਭਾਰਨ ਦੇ ਵਿੱਚ ਇਹ ਗੱਲ ਪੱਕੀ ਹੈ ਕਿ ਉਹ ਰਾਜਨੀਤਿਕ ਮਨੋਰਥ ਤੋਂ ਪਰਾਂ ਆ, ਕਿਉਂਕਿ ਆਮ ਸਮਝਦਾਰ ਵਿਅਕਤੀ ਜਿਹੜਾ ਵੀ ਕੋਈ ਬੰਦਾ ਇਸ ਚੀਜ਼ ਨਾਲ ਰਿਹਾ ਆ, ਜਿਹੜਾ ਇਸ ਚੀਜ਼ ਦੇ ਜਿਸ ਵਿਅਕਤੀ ਨੇ ਇਸ ਦੁੱਖ ਨੂੰ ਹੰਢਾਇਆ, ਸੰਤਾਪ ਹੰਢਾਇਆ ਕੱਚੇ ਦਾ, ਉਹਨੂੰ ਪਤਾ ਲੱਗ ਜਾਂਦਾ ਕਿ ਰੈਗੂਲਰ ਤੇ ਦੂਜੇ ਪਾਸੇ ਅਸਲ ਰੈਗੂਲਰਾਂ ਦੇ ਵਿੱਚ ਫਰਕ ਕੀ ਆ। ਹਾਂ, ਹੁਣ ਇੱਕ ਨਵੀਂ ਟਰਮ ਦਿੱਤੀ ਜਾ ਸਕਦੀ ਹੈ, ਜਿਸ ਤਰ੍ਹਾਂ ਮਾਨ ਸਾਹਿਬ ਕਹਿੰਦੇ ਆ ਕਿ ਮੈਨੂੰ ਕੱਚੇ ਸ਼ਬਦ ਨਾਲ ਨਫ਼ਰਤ ਆ, ਫਿਰ ਹੁਣ ਇਹ ਗੱਲ ਨਵੀਂ ਗੱਲ ਆ ਜਾਊਗੀ, ਇੱਕ ਤਾਂ ਰੈਗੂਲਰ ਟੀਚਰ ਨੇ ਤੇ ਇੱਕ ਅਸਲ ਰੈਗੂਲਰ ਟੀਚਰ ਨੇ। ਹੁਣ ਇਹ ਪਤਾ ਨਹੀਂ, ਜਾਂ ਇਹ ਵੀ ਹੋ ਸਕਦਾ ਕਿ ਕੱਲ ਨੂੰ ਇਹੋ ਜਿਹੀ ਸਥਿਤੀ ਆ ਜੇ ਕਿ ਮਾਨ ਵੱਲੋਂ ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਪੱਕੇ ਕੀਤੇ ਤੇ ਦੂਜੇ ਪੱਕੇ ਕੀਤੇ। ਸੋ ਅਜਿਹੇ ਸਵਾਲ ਬੀਤੇ ਸਮੇਂ 'ਚ ਉੱਠਣੇ ਨੇ। ਅਜੇ ਵੀ ਟੀਚਰ ਕੁਝ ਅਧਿਆਪਕ ਜਥੇਬੰਦੀਆਂ ਅਜਿਹੀਆਂ ਨੇ DTF ਵਾਲੇ ਜਿਨ੍ਹਾਂ ਨੇ ਕਹਿਤਾ ਕਿ ਇਹ ਸੰਘਰਸ਼ ਉਹਨਾਂ ਚਿਰ ਤੱਕ ਨਹੀਂ ਰੁਕੂਗਾ ਜਿੰਨਾ ਚਿਰ ਤੱਕ ਕੋਈ ਫੈਸਲਾ ਸਰਕਾਰ ਵੱਲੋਂ ਉਸ ਤਰ੍ਹਾਂ ਦਾ ਨਹੀਂ ਹੁੰਦਾ ਜਿਹੜਾ ਬਾਕੀ ਰੈਗੂਲਰ ਕਰਮਚਾਰੀਆਂ ਦੇ ਹੱਕ ਵਿੱਚ ਹੁੰਦਾ। ਸੋ ਕਹਿਣ ਦਾ ਭਾਵ ਸਿਰਫ ਤਨਖਾਹ ਵਧੀ ਆ, ਇਸ ਤੋਂ ਉਹ ਵੀ ਪੂਰੀ ਨਹੀਂ, ਬੇਸਿਕ ਦੇ ਹਿਸਾਬ ਨਾਲ ਨਹੀਂ, ਯਤ ਮੁਕਸ਼ਾ ਇੱਕ ਮੁਕਤਾ ਕਰਕੇ ਉਹਨਾਂ ਨੂੰ ਕਰ ਦਿੱਤਾ ਗਿਆ। 5% ਦਾ ਵਾਧਾ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਡੀਆਂ ਤਨਖਾਹਾਂ ਦੇ ਨਾਲ ਹਰ ਸਾਲ ਕਰ ਦਿੱਤਾ ਜਾਊਗਾ, ਤੁਹਾਨੂੰ ਕੋਈ ਕੱਢੇਗਾ ਨਹੀਂ। ਪਰ ਜਦੋਂ ਰੈਗੂਲਰ ਪਤਾ ਲੱਗਾ, ਠੇਕੇ ਤੇ ਲੱਗਾ, ਉਸ ਨੂੰ ਕੋਈ ਨਹੀਂ ਕੱਢਦਾ ਨਾ ਉਹ ਜਾਂਦਾ। ਸੋ 58 ਸਾਲ ਤੱਕ ਉਸ ਨੂੰ ਕਹਿ ਕੇ ਇਹ ਵੀ ਕਹਿ ਦਿੱਤਾ ਕਿ 58 ਸਾਲ ਤੋਂ ਬਾਅਦ ਤੂੰ ਚਲੇ ਜਾਣਾ। ਭਾਵ ਸਰਕਾਰ ਦਾ ਇਹ ਮਜ਼ਾਕ ਹੀ ਅਸੀਂ ਕਹਿ ਸਕਦੇ ਕਿ ਜਿਹੜਾ ਕਰਮਚਾਰੀਆਂ ਨੇ ਕੀਤਾ ਆ। ਚਾਹੀਦਾ ਤਾਂ ਇਹ ਸੀ ਕਿ ਜੇ ਵਾਕਿਆ ਹੀ ਤੁਸੀਂ ਰੈਗੂਲਰ ਕਰਨਾ, ਉਹ ਪੂਰੀਆਂ ਸਹੂਲਤਾਂ ਜਿਹੜੀਆਂ ਇੱਕ ਅਸਲ ਰੈਗੂਲਰ ਕਰਮਚਾਰੀ ਨੂੰ ਦਿੱਤੀਆਂ ਜਾਂਦੀਆਂ, ਇਹਨਾਂ ਦੇ ਨਾਮ ਨਹੀਂ ਕੀਤੀਆਂ ਜਾਂਦੀਆਂ। ਤੁਸੀਂ ਮਾਨ ਸਾਹਿਬ ਇਹ ਤਾਂ ਗੱਲ ਛੱਡ ਲਓ, ਅਜੇ ਤੱਕ ਸਰਕਾਰ ਓਲਡ ਪੈਨਸ਼ਨ ਸਕੀਮ ਦੇ ਤਹਿਤ ਹੀ ਅਜੇ ਤੱਕ ਕੋਈ ਅਸੀਂ ਕਹਿ ਸਕਦੇ ਕੋਈ ਫੈਸਲਾ ਜਿਹੜਾ ਨਹੀਂ ਲੈ ਸਕੀ। ਹਾਲਾਂਕਿ ਐਲਾਨ ਤੇ ਨੋਟੀਫਿਕੇਸ਼ਨ ਵੀ ਸਰਕਾਰ ਨੇ ਜਾਰੀ ਕਰ ਚੁੱਕਾ, ਪਰ ਅਜੇ ਤੱਕ ਓਲਡ ਪੈਨਸ਼ਨ ਸਕੀਮ ਦੇ ਸੰਬੰਧ ਦੇ ਵਿੱਚ ਵੀ ਸਰਕਾਰ ਨੇ ਕੋਈ ਫੈਸਲਾ ਨਹੀਂ ਕੀਤਾ, ਜਿਸ ਕਾਰਨ ਕਰਮਚਾਰੀ ਵਰਗ ਅੱਜ ਵੀ ਸਰਕਾਰ ਤੋਂ ਉਸ ਪੱਖੋਂ ਵੀ ਨਿਰਾਸ਼ ਆ। ਤੇ ਇਹ ਹੁਣ ਨਵਾਂ ਸੰਘਰਸ਼ ਜਿਹੜਾ ਛੇੜਤਾ, ਜਿਸ ਤੱਕ ਟੈਂਕੀ ਤੇ ਚੜਿਆ ਇੱਕ ਅਧਿਆਪਕ ਕਹਿ ਰਿਹਾ ਕਿ ਮੇਰਾ ਸੰਘਰਸ਼ ਉਹਨਾਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਸਰਕਾਰ ਠੀਕ ਤਰੀਕੇ ਨਾਲ ਰੈਗੂਲਰ ਹੋਣ ਦਾ ਦਮ ਜਿਹੜਾ ਭਰ ਰਹੀ ਹੈ, ਠੀਕ ਅਸਲ ਅਰਥਾਂ ਦੇ ਵਿੱਚ ਰੈਗੂਲਰ ਨਹੀਂ ਕਰਦੀ। ਬਾਕੀ ਠੀਕ ਆ, ਉਹਨਾਂ ਟੀਚਰਾਂ ਨੂੰ ਮੁਬਾਰਕ ਜਿਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਇਆ। ਮੈਂ ਪਹਿਲਾਂ ਕਿਹਾ ਕਿ ਕੀੜੀ ਪਾਣੀ ਠੂਠਾ ਦਰਿਆ, ਕਿਉਂਕਿ ਕੁਝ ਵੀ ਵਾਧਾ ਜਿਹੜਾ ਹੁੰਦਾ ਉਹਨਾਂ ਵਾਸਤੇ ਬਹੁਤ ਵਾਧਾ ਹੁੰਦਾ ਇਸ ਮਹਿੰਗਾਈ ਦੇ ਯੁੱਗ ਵਿੱਚ। ਪਰ ਸਰਕਾਰ ਨੂੰ ਚਾਹੀਦਾ ਸੀ ਜੇ ਉਹਨਾਂ ਨੂੰ ਉਹ ਪੱਕਿਆ ਕਰਦਾ ਤਾਂ ਫਿਰ ਪੂਰਨ ਤੌਰ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ, ਉਹ ਸਹੂਲਤਾਂ ਜ਼ਰੂਰ ਦਿੱਤੀਆਂ ਜਾਂਦੀਆਂ ਜਿਹੜੀਆਂ ਇੱਕ ਪੱਕੇ ਕਰਮਚਾਰੀ ਨੂੰ ਸਰਕਾਰ ਦੇਣ ਵਾਸਤੇ ਪ੍ਰਤੀਬੱਧ ਹੈ। ਜੀ ਹਾਂ ਜੀ, ਬਿਲਕੁਲ ਬਿਲਕੁਲ। ਸੋ ਇੱਕ ਪਾਸੇ ਜਿੱਥੇ ਕੁਝ ਟੀਚਰ ਭਾਵੁਕ ਹੋਏ ਨੇ, ਖੁਸ਼ ਹੋਏ ਨੇ ਤਨਖਾਹਾਂ ਦੇ ਵਿੱਚ ਵਾਧੇ ਨੂੰ ਲੈ ਕੇ, ਉੱਥੇ ਹੀ CM ਸਾਹਿਬ ਦੀ ਸਿਟੀ ਦੇ ਵਿੱਚ ਸੰਗਰੂਰ ਦੇ ਵਿੱਚ ਟੈਂਕੀ ਤੇ ਚੜਿਆ ਅਧਿਆਪਕ ਕੱਲ ਫਿਰ ਐਲਾਨ ਕਰਦਾ ਨਜ਼ਰ ਆਇਆ ਸੀ ਵੀ ਮੇਰਾ ਸੰਘਰਸ਼ ਉਦੋਂ ਤੱਕ ਖਤਮ ਨਹੀਂ ਹੋਏਗਾ ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ, ਭਾਵ ਕਿ ਸਾਨੂੰ ਪੂਰਨ ਤੌਰ ਤੇ ਰੈਗੂਲਰ ਨਹੀਂ ਕੀਤਾ ਜਾਂਦਾ। ਤੇ ਨਾਲ ਹੀ ਨਾਲ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਕਿ 30 ਤਰੀਕ ਨੂੰ ਉਹ ਇਹਨਾਂ ਆਰਡਰਾਂ ਦੀਆਂ ਕਾਪੀਆਂ ਵੀ ਫੂਕਣਗੇ। ਸੋ ਇੱਕ ਤਰ੍ਹਾਂ ਦਾ ਪ੍ਰੋਟੈਸਟ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਪੱਕੇ ਹੋਏ ਅਧਿਆਪਕਾਂ ਦਾ ਅਜੇ ਵੀ ਜਾਰੀ ਹੈ। ਸੋ ਕਦੋਂ ਤੱਕ ਇਹ ਪ੍ਰੋਟੈਸਟ ਚੱਲੇਗਾ, ਮਾਨ ਸਰਕਾਰ ਕੀ ਮੁੜ ਵਿਚਾਰ ਆਪਣੇ ਫੈਸਲੇ ਦੇ ਉੱਪਰ ਕਰੇਗੀ, ਇਹ ਹੁਣ ਆਉਣ ਵਾਲੇ ਸਮੇਂ ਤੇ ਪਤਾ ਲੱਗੇਗਾ। ਦੂਸਰੇ ਪਾਸੇ ਗੱਲ ਹੁਣ ਆਪਾਂ ਮਾਨ ਸਰਕਾਰ ਦੀ ਕਰ ਰਹੇ ਹਾਂ ਤਾਂ CM ਸਾਹਿਬ ਦੀ ਗੱਲ ਕਰੀਏ, ਜਿਨ੍ਹਾਂ ਦੀ ਇੱਕ ਵੀਡੀਓ ਕੱਲ ਤੇ ਪਰਸੋਂ ਬਹੁਤ ਜ਼ਿਆਦਾ ਵਾਇਰਲ ਹੋਈ ਹੈ। ਇਸ ਵੀਡੀਓ ਤੋਂ ਬਾਅਦ ਤਿੰਨੇ ਮੇਨ ਪਾਰਟੀਆਂ, ਪੰਜਾਬ ਦੇ ਤਿੰਨ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਇਕੱਠੇ ਹੋ ਕੇ ਧਾਵਾ ਬੋਲਦੇ ਨਜ਼ਰ ਆਏ ਨੇ। CM ਮਾਨ ਦੇ ਉੱਪਰ ਵਾਅਦਾ ਖਿਲਾਫੀ ਦੀ ਗੱਲ ਕਰਦੇ ਹੋਏ ਨਜ਼ਰ ਆਏ ਨੇ। ਆਖਰ ਉਹ ਵੀਡੀਓ ਕੀ ਹੈ ਜਿਹੜੀ ਕਿ ਹੁਣ ਵਾਇਰਲ ਹੋਈ ਹੈ ਤੇ ਕਿਸ ਤਰੀਕੇ ਦੇ ਨਾਲ ਘੇਰਿਆਗਾ ਸਾਰੀਆਂ ਵਿਰੋਧੀ ਪਾਰਟੀਆਂ ਨੇ CM ਮਾਨ ਨੂੰ? ਮਾਨ ਸਾਹਿਬ ਜਦੋਂ ਭਗਵੰਤ ਮਾਨ ਹੁਣੀ ਮੁੱਖ ਮੰਤਰੀ ਬਣੇ ਜਾਂ ਉਸ ਤੋਂ ਪਹਿਲਾਂ ਬਹੁਤ ਕੁਝ ਉਹਨਾਂ ਨੇ ਐਲਾਨ ਜਿਹੜੇ ਪੰਜਾਬ ਦੇ ਲੋਕਾਂ ਨਾਲ ਕੀਤੇ, ਗਰੰਟੀਆਂ ਜਿਹੜੀਆਂ ਦਿੱਤੀਆਂ, ਤਾਂ ਇੱਕ ਮੁੱਖ ਮੰਤਰੀ ਸਾਹਿਬ ਦਾ ਇਹ ਜਿਹੜਾ ਵੀਡੀਓ ਵਾਇਰਲ ਹੋਇਆ, ਇਹ ਵੀਡੀਓ ਇਸ ਸੰਬੰਧ ਵਿੱਚ ਵਾਇਰਲ ਹੋਇਆ ਕਿਉਂਕਿ ਉਹ ਆਪਣੇ ਸੰਬੋਧਨ ਵਿੱਚ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਜਦੋਂ ਵੀ ਕਦੇ ਕੁਦਰਤੀ ਆਫਤਾਂ ਆਈਆਂ ਜਾਂ ਕੁਦਰਤੀ ਆਫਤ ਨਾਲ ਪੰਜਾਬ ਦੇ ਲੋਕਾਂ ਨੂੰ, ਖਾਸ ਤੌਰ ਤੇ ਕਿਸਾਨਾਂ ਨੂੰ ਜੂਝਣਾ ਪੈਂਦਾ ਆ, ਤਾਂ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ, ਚਾਹੇ ਉਹ ਹੜ੍ਹ ਦੀ ਸਥਿਤੀ ਹੋਵੇ, ਚਾਹੇ ਉਹ ਸੋਕੇ ਦੀ ਹੋਵੇ, ਚਾਹੇ ਬੇਮੌਸਮੀ ਬਾਰਿਸ਼ ਦੀ ਹੋਵੇ। ਤੇ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ, ਕਿਸਾਨ ਤੈਸ਼ੀ ਆ, ਆਮ ਲੋਕਾਂ ਦੀ ਤੈਸ਼ੀ ਆ। ਇਸ ਕਰਕੇ ਜੇਕਰ ਕੁਦਰਤੀ ਆਫਤਾਂ ਕਰਕੇ ਉਹਨਾਂ ਦਾ ਕਿਸੇ ਵੀ ਪੱਖੋਂ ਨੁਕਸਾਨ ਹੁੰਦਾ ਤਾਂ ਉਹਨਾਂ ਦਾ ਮੁਆਵਜ਼ਾ ਜਿਹੜਾ ਤੁਰੰਤ ਦਿੱਤਾ ਜਾਊਗਾ। ਗਰਦੌਰੀ ਦੀ ਜਿਹੜੀ ਰਸਮ ਆ ਜਾਂ ਕਾਰਵਾਈ ਆ ਉਹ ਬਾਅਦ 'ਚ ਹੁੰਦੀ ਰਹੂਗੀ। ਇਹ ਮੁੱਖ ਮੰਤਰੀ ਸਾਹਿਬ ਦਾ ਵਾਪਰਦਾ ਤਾਂ ਇੱਕ ਰਿਕਾਰਡਡ ਵੀਡੀਓ ਆ। ਤੇ ਹੁਣ ਜਦੋਂ ਕਿ ਪੰਜਾਬ ਜਿਹੜਾ ਸਾਰਾ ਪੰਜਾਬ ਹਰ ਪੀੜਤਾ ਮਤਲਬ ਹੜ੍ਹਾਂ ਦੀ ਮਾਰ ਹੇਠਾਂ ਆਇਆ ਤੇ ਲੋਕਾਂ ਨੂੰ ਤੇ ਖਾਸ ਤੌਰ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਜਿਹੜਾ ਹੋਇਆ, ਪਤਾ ਲੱਗਾ ਕਿ 50,000 ਏਕੜ ਜਿਹੜੀ ਮਾਲਵੇ 'ਚ ਜਿਹੜੀ ਪੈਲੀ ਆ, ਜ਼ਮੀਨ ਜਿਹੜੀ ਆ, ਫਸਲ ਉਹ ਤਬਾਹ ਹੋ ਗਈ, ਜਿਹੜੀ ਝੋਨੇ ਦੀ ਬਿਜਾਈ ਜਿਹੜੀ ਲਾਈ।
ਤਾਂ ਅਜੇ ਤੱਕ ਉਸ ਗੱਲ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਕੋਈ ਅਜਿਹੀ ਰਾਹਤ ਨੱਦੀ ਤੌਰ ਤੇ ਜਿਹੜੀ ਆ ਕਿਸਾਨਾਂ ਨੂੰ ਨਹੀਂ ਦਿੱਤੀ ਗਈ। ਤੇ ਦੂਜੇ ਪਾਸੇ ਹੁਣ ਜਿਹੜੀਆਂ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਇਸ ਮੁੱਦੇ ਤੇ ਘੇਰਦੀਆਂ ਪਈਆਂ ਨੇ ਕਿ ਉਸ ਸਮੇਂ ਤਾਂ ਤੁਸੀਂ ਇਹ ਐਲਾਨ ਕੀਤੇ ਤੇ ਹੁਣ ਉਸ ਐਲਾਨ ਦਾ ਸਮਾਂ ਜਿਹੜਾ ਉਹ ਆ ਗਿਆ, ਉਸ ਦੀ ਪੂਰਤੀ ਕਰੋ, ਕਿਉਂਕਿ ਅਜੇ ਕਿਸਾਨ ਜਿਹੜੇ ਉਸੇ ਤਰੀਕੇ ਨਾਲ ਬੇਬਸ ਹੋ ਕੇ ਤੁਰ ਫਿਰੇ ਨੇ, ਸਰਕਾਰ ਵੱਲ ਮੂੰਹ ਤੱਕ ਰਹੇ ਨੇ ਤੇ ਸਰਕਾਰ ਦੀ ਜਿਹੜੀ ਸਹਾਇਤਾ, ਪ੍ਰਸ਼ਾਸਨ ਵੱਲੋਂ ਸਹਾਇਤਾ ਜਿਹੜੀ ਅਜੇ ਤੱਕ ਉੱਥੇ ਪਹੁੰਚੀ ਨਹੀਂ। ਬੇਸ਼ੱਕ ਦੂਸਰੇ ਪਾਸੇ ਰਾਜਪਾਲ ਸਾਹਿਬ ਵੀ ਕੁਝ ਇਲਾਕਿਆਂ ਦਾ ਦੌਰਾ ਕਰਕੇ ਗਏ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜਿਹੜੀਆਂ ਕੇਂਦਰ ਦੀਆਂ ਟੀਮਾਂ ਨੇ ਉਹ ਜਲਦ ਪੰਜਾਬ ਵਿੱਚ ਆਉਣਗੀਆਂ ਤੇ ਆਣ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਜਿਹੜਾ ਨੁਕਸਾਨ ਦੀ ਭਰਪਾਈ ਜਿਹੜੀ ਆ ਉਹ ਕੀਤੀ ਜਾਏਗੀ। ਪਰ ਦੂਜੇ ਪਾਸੇ ਕਿਸਾਨਾਂ ਦੇ ਸੰਬੰਧ ਦੇ ਵਿੱਚ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਦਾ ਉਹ ਬਿਆਨ ਆਇਆ ਕਿ ਜਦੋਂ ਅੱਜ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਵੀਡੀਓ ਵਾਇਰਲ ਹੋਇਆ, ਤੇ ਹੁਣ ਉਸ ਬਿਆਨ ਦੇ ਬਿਲਕੁਲ ਉਲਟ ਜਾ ਕੇ ਮੁੱਖ ਮੰਤਰੀ ਸਾਹਿਬ ਦੀ ਚੁੱਪੀ ਇਸ ਸੰਦਰਭ ਦੇ ਵਿੱਚ ਬੜੇ ਪ੍ਰਸ਼ਨਾਂ ਨੂੰ ਪੈਦਾ ਕਰਦੀ ਆ ਕਿ ਸਰਕਾਰ ਦਾ ਅਸਲ ਚਿਹਰਾ ਹੈ ਕੀ, ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਕਿੰਨਾ ਅੰਤਰ ਆ। ਇਸ ਵੇਲੇ ਸਰਕਾਰ ਗਰਦੌਰੀ ਕਰਨ ਦੇ ਮੂਡ 'ਚ ਅਜੇ ਕੋਈ ਬਿਆਨ ਵੀ ਉਹਨਾਂ ਦਾ ਇਸ ਸੰਦਰਭ ਦੇ ਵਿੱਚ ਨਹੀਂ ਆਇਆ ਕਿ ਹਾਂ ਗਰਦੌਰੀ ਕਦੋਂ ਕਰਨੀ ਆ। ਪਰ ਦੂਜੇ ਪਾਸੇ ਕਿਸਾਨ ਜਿਹੜੇ ਜਾਂ ਆਮ ਲੋਕ ਨੇ ਜਿਹਦੇ ਵੀ ਪੀੜਤ ਨੇ, ਉਹਨਾਂ ਦਾ ਨੁਕਸਾਨ ਹੋ ਚੱਲਿਆ, ਉਹ ਤੁਰੰਤ ਰਾਹਤ ਦੀ ਉਡੀਕ ਕਰ ਰਹੇ ਨੇ। ਤਾਂ ਫਿਰ ਹੁਣ ਸਰਕਾਰ ਨੂੰ ਇਹ ਗੱਲ ਚਾਹੀਦੀ ਹੈ ਕਿ ਜੋ ਕੁਝ ਤੁਸੀਂ ਕਿਹਾ ਉਹ ਚੀਜ਼ ਨੂੰ ਪੂਰਾ ਕਰੋ। ਗਰਦੌਰੀ ਜਿਹੜੀ ਕਾਰਵਾਈ ਆਪ ਹੀ ਹੁੰਦੀ ਰਹੇਗੀ। ਜੇਕਰ ਗਰਦੌਰੀ ਦੇ ਵਿੱਚ ਕਿਸੇ ਨੁਕਸਾਨ ਦਾ ਘੱਟ ਨੁਕਸਾਨ ਹੋਇਆ ਤੇ ਸਰਕਾਰ ਵੱਲੋਂ ਉਸ ਨੂੰ ਰਾਹਤ ਰਾਸ਼ੀ ਜੇਕਰ ਵੱਧ ਦੇ ਦਿੱਤੀ ਜਾਂਦੀ ਆ ਤਾਂ ਬਾਅਦ ਵਿੱਚ ਉਸ ਕੋਲ ਵਸੂਲੀ ਵੀ ਜਾ ਸਕਦੀ ਆ। ਜੇ ਸਰਕਾਰ ਨੇ ਵਾਕਿਆ ਹੀ ਪੀੜਤਾਂ ਦਾ ਹੱਥ ਜਾਂ ਪੀੜਤਾਂ ਦੀ ਬਾਂਹ ਫੜਨੀ ਹੋਵੇ ਤਾਂ ਵਿਚਕਾਰਲੇ ਰਸਤੇ ਵੀ ਕਈ ਅਪਣਾਏ ਜਾ ਸਕਦੇ ਆ। ਇਹ ਇੱਕ ਜਨਰਲ ਗੱਲ ਹੈਗੀ ਹੈ। ਪਰ ਹੁਣ ਜਦੋਂ ਕਿ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਹਰ ਕੋਈ ਪਾਰਟੀ ਹੋਵੇ ਜਾਂ ਵਿਰੋਧੀ ਧਿਰ ਦਾ ਨੇਤਾ ਮੁੱਖ ਮੰਤਰੀ ਸਾਹਿਬ ਦੀ ਇਸ ਵੀਡੀਓ ਨੂੰ ਉਹ ਵਾਇਰਲ ਕਰ ਰਹੇ ਨੇ, ਪਰ ਸਰਕਾਰ ਦਾ ਇਹਦੇ ਸੰਬੰਧ ਦੇ ਵਿੱਚ ਅਜੇ ਤੱਕ ਜਿਹੜਾ ਕੋਈ ਬਿਆਨ ਨਾ ਆਉਣਾ ਆਪਣੇ ਆਪ ਦੇ ਵਿੱਚ ਹੀ ਬੜੇ ਵੱਡੇ ਪ੍ਰਸ਼ਨਾਂ ਨੂੰ ਪੈਦਾ ਕਰਦਾ ਕਿ ਸ਼ਾਇਦ ਸਰਕਾਰ ਕੋਲ ਕਿਸੇ ਕਿਸਮ ਦਾ ਇਹਨਾਂ ਹੜ੍ਹ ਪੀੜਤਾਂ ਨਾਲ ਨਜਿੱਠਣ ਦਾ ਕੋਈ ਰੋਡ ਮੈਪ ਹੀ ਨਹੀਂ ਆ। ਸਰਕਾਰ ਸਿਰਫ ਤੇ ਸਿਰਫ ਐਲਾਨ ਕਰਨ ਦੇ ਵਿੱਚ ਹੀ ਬਿਜੀ ਆ। ਐਲਾਨ ਕਰਕੇ ਆਪਣੀ ਪਿੱਠ ਥਾਪੜਦੀ ਆ, ਬਾਅਦ ਦੇ ਵਿੱਚ ਜੋ ਹੋਊਗਾ ਵੇਖੀ ਜਾਊਗੀ। ਸ਼ਾਇਦ ਸਰਕਾਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਜਾਂ ਸਰਕਾਰ ਨੂੰ ਅਨੁਮਾਨ ਹੀ ਨਹੀਂ ਸੀ ਕਿ ਕੁਦਰਤ ਜਿਹੜੀ ਆ ਅਗਲੇ ਕੁਝ ਦਿਨਾਂ 'ਚ ਕਿਹੜੀ ਖੇਡ ਖੇਡ ਸਕਦੀ ਆ ਜਿਸ ਨਾਲ ਸਰਕਾਰ ਜਿਹੜੀ ਆ ਦੁਬਾਰਾ ਕਟਹਿਰੇ 'ਚ ਖੜਾ ਹੋ ਜਾਵੇ। ਸੋ ਜੇਕਰ ਮਾਨ ਸਾਹਿਬ ਨੇ ਇਹ ਵਾਅਦਾ ਕੀਤਾ, ਉਹ ਚਲੋ ਹੁਣ ਵਾਅਦੇ ਦੀ ਵੀ ਗੱਲ ਛੱਡੋ, ਇਸ ਵੇਲੇ ਜਿਹੜੀ ਇੱਕ ਮਾਨਵਤਾ ਦੇ ਪੱਧਰ ਤੇ ਜਾਂ ਇਨਸਾਨੀਅਤ ਦੀ ਪੱਧਰ ਤੇ ਇਹ ਡਿਊਟੀ ਬਣਦੀ ਆ, ਕਿਉਂਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਕਸਟੋਡੀਅਨ ਨੇ, ਪੰਜਾਬ ਦੇ ਲੋਕਾਂ ਦੇ ਉਹ ਆਲੇ ਨਾਲ ਨੇ, ਉਹਨਾਂ ਦਾ ਹਰ ਤਰੀਕੇ ਦਾ ਸੁੱਖ ਔਰ ਦੁੱਖ ਦੇ ਵਿੱਚ ਸ਼ਰੀਕ ਹੋਣਾ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ। ਠੀਕ ਆ, ਕਾਨੂੰਨੀ ਕਾਰਵਾਈਆਂ ਇੱਕ ਅਲੱਗ ਕਿਸਮ ਦੀਆਂ ਨੇ, ਪਰ ਇਸ ਵਕਤ ਜਿਹੜੇ ਲੋਕ ਨੇ ਉਹ ਸਰਕਾਰ ਵੱਲ ਅੱਖਾਂ ਚੁੱਕ ਕੇ ਕਿਸੇ ਰਾਹਤ ਦੀ ਆਸ ਵੱਧ ਵੇਖ ਕੇ ਨਜ਼ਰਾਂ ਟਕਾਈ ਬੈਠੇ ਨੇ। ਤਾਂ ਸਰਕਾਰ ਨੂੰ ਚਾਹੀਦਾ ਕਿ ਠੀਕ ਆ, ਨੁਕਸਾਨ ਹੋਇਆ, ਉਹਨਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਵੇ। ਗਰਦੌਰੀ ਜਿਹੜੀ ਆ ਬਾਅਦ 'ਚ ਹੋ ਜਾਏ, ਠੀਕ ਆ, ਜੇਕਰ ਕਿਸੇ ਕੋਲ ਮੁਆਵਜ਼ਾ ਵੱਧ ਚਲੇ ਜਾਂਦਾ ਤਾਂ ਗਰਦੌਰੀ ਦੇ ਰੂਪ ਕਰਵਾਉਣ ਤੋਂ ਬਾਅਦ ਉਸ ਕੋਲ ਦੁਬਾਰਾ ਵਾਪਸ ਵੀ ਵਸੂਲਿਆ ਜਾ ਸਕਦਾ। ਪਰ ਇਹ ਸਮਾਂ ਜਿਹੜਾ ਆ ਇਹ ਬਿਆਨਬਾਜ਼ੀ ਤੋਂ ਨਾਲੋਂ ਵੱਧ ਕੇ ਲੋਕਾਂ ਦੀ ਬਾਂਹ ਫੜਨ ਵਾਸਤੇ ਜ਼ਿਆਦਾ ਬਿਹਤਰ ਆ ਕਿ ਜੋ ਐਲਾਨ ਕੀਤੇ ਨੇ, ਐਲਾਨ ਨਹੀਂ ਵੀ ਕੀਤੇ, ਉਹ ਵੀ ਇੱਕ ਡਿਫਰੈਂਟ ਇਸ਼ੂ ਹੈ। ਜੋ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਪਾਰਟੀ ਨੇ ਇਦਾਂ ਦੀ ਗੱਲ ਕਰਦੀ ਹੁੰਦੀ ਆ, ਪਰ ਹਾਂ ਜੇ ਤੁਸੀਂ ਆਪਣੇ ਹੀ ਲੋਕਾਂ ਦੀ ਜੇਕਰ ਇਸ ਸਮੇਂ 'ਚ ਬਾਂਹ ਫੜੋਗੇ ਤਾਂ ਸ਼ਾਇਦ ਲੋਕ ਤੁਹਾਨੂੰ ਸਦਾ ਯਾਦ ਰੱਖਣ। ਜੀ ਬਿਲਕੁਲ। ਪਰ ਇੱਕ ਪਾਸੇ ਜਿੱਥੇ ਤੁਸੀਂ ਗਰਦੌਰੀਆਂ ਦੀ ਗੱਲ ਕਰ ਰਹੇ ਹੋ ਜਾਂ ਵੀਡੀਓ ਦੀ ਗੱਲ ਕਰ ਰਹੇ ਹੋ, ਉੱਥੇ ਹੀ ਖੇਤੀਬਾੜੀ ਮੰਤਰੀ ਸਾਹਿਬ ਉਹਨਾਂ ਦੇ ਵੱਲੋਂ ਵੀ ਪਿਛਲੇ ਦਿਨ ਵੱਡਾ ਐਲਾਨ ਆਇਆ ਸੀ ਤੇ ਫੰਡਾਂ ਦੀ ਕਮੀ ਦੀ ਗੱਲ ਕਰਦੇ ਨਜ਼ਰ ਆ ਰਹੀ ਸੀ ਕਿ ਮੁਆਵਜ਼ਾ ਅਸੀਂ ਨਹੀਂ ਦੇ ਸਕਦੇ। ਉਹ ਵੀ ਕੇਂਦਰ ਵੱਲ ਦੇਖਦੇ ਹੋਏ ਨਜ਼ਰ ਆਏ ਨੇ, ਜਦੋਂ ਦੂਸਰੇ ਪਾਸੇ ਮਾਨ ਸਾਹਿਬ ਸੀਐਮ ਸਾਹਿਬ ਡਿਨਾਈ ਕਰਦੇ ਨਜ਼ਰ ਆਏ ਨੇ ਕਿ ਸਾਨੂੰ ਤਾਂ ਕੇਂਦਰ ਦੀ ਸਹਾਇਤਾ ਦੀ ਲੋੜ ਹੀ ਨਹੀਂ। ਹੁਣ ਮੁਆਵਜ਼ਾ ਕਿਵੇਂ ਮਿਲੇਗਾ, ਕਦੋਂ ਮਿਲੇਗਾ, ਗਰਦੌਰੀਆਂ ਕਦੋਂ ਹੋਣਗੀਆਂ, ਇਸ ਨੂੰ ਲੈ ਕੇ ਮੇਨ ਤਿੰਨ ਪਾਰਟੀਆਂ ਜੋ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਉਹ ਸੀਐਮ ਸਾਹਿਬ ਦੇ ਉੱਪਰ ਤੇ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੀਆਂ ਨਜ਼ਰ ਆਈਆਂ ਨੇ। ਅਗਲੀ ਖਬਰ ਬੀਜੇਪੀ ਨਾਲ ਸੰਬੰਧਿਤ। ਸੁਨੀਲ ਜਾਖੜ ਕਾਂਗਰਸ ਛੱਡ ਕੇ ਬੀਜੇਪੀ 'ਚ ਗਏ, ਜਾਂਦਿਆਂ ਹੀ ਤਾਜਪੋਸ਼ੀ ਪ੍ਰਧਾਨਗੀ ਮਿਲੀ, ਲੇਕਿਨ ਹੁਣ ਇਹ ਪ੍ਰਧਾਨਗੀ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਜੋ ਟਕਸਾਲੀ ਆਗੂ ਨੇ ਉਹ ਜਾਖੜ ਸਾਹਿਬ ਦਾ ਸਾਥ ਦਿੰਦੇ ਨਜ਼ਰ ਨਹੀਂ ਆ ਰਹੇ। ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦੀ ਹਾਈ ਕਮਾਨ ਇਸ ਸੰਬੰਧੀ ਵੀ ਸੋਚ ਵਿਚਾਰ ਕਰ ਸਕਦੀ ਹੈ। ਮਾਨ ਸਾਹਿਬ ਬੜੀ ਦਿਲਚਸਪ ਸਥਿਤੀ ਜਿਹੜੀ ਇਸ ਵੇਲੇ ਪੰਜਾਬ ਭਾਜਪਾ ਦੀ ਬਣੀ ਹੈ। ਬੀਤੇ ਦਿਨ ਜਦੋਂ ਅਸ਼ਵਨੀ ਸੇਖੜੀ ਨੇ ਚੰਡੀਗੜ੍ਹ ਵਿਖੇ ਭਾਜਪਾ ਦਾ ਪੱਲਾ ਆਪਣੇ ਗਲ 'ਚ ਪਵਾਇਆ ਤਾਂ ਉਹ ਜਿਹੜੀ ਸਟੇਜ ਸੀ ਕਹਿਣ ਨੂੰ ਤਾਂ ਭਾਰਤੀ ਜਨਤਾ ਪਾਰਟੀ ਦੀ ਸੀ, ਪਰ ਉੱਤੇ ਜਿੰਨੇ ਵੀ ਲੀਡਰ ਸਨ ਸਾਰੇ ਕਾਂਗਰਸ ਦੇ ਸੀ। ਤਾਂ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਭਾਜਪਾ ਦਾ ਕਾਂਗਰਸੀਕਰਨ ਹੋ ਗਿਆ ਹੋਵੇ। ਕਾਂਗਰਸੀਕਰਨ ਇੱਕ ਸ਼ਹਿਰੀਕਰਨ ਅਸੀਂ ਟਰਮ ਉਦੋਂ ਵਰਤਦੇ ਹਾਂ
ਕਿ ਜਦੋਂ ਵੱਖ-ਵੱਖ ਸ਼ਹਿਰਾਂ ਨੂੰ ਇਕੱਠਿਆਂ ਕਰਕੇ ਇੱਕ ਸ਼ਹਿਰ ਬਣਾਤਾ ਜਾਵੇ ਤਾਂ ਅਸੀਂ ਕਹਿ ਦਿੰਦੇ ਸ਼ਹਿਰੀਕਰਨ ਹੋ ਗਿਆ। ਤਾਂ ਇਸ ਤਰੀਕੇ ਨਾਲ ਭਾਜਪਾ ਦਾ ਕਾਂਗਰਸੀਕਰਨ ਹੋ ਚੁੱਕਾ, ਕਿਉਂਕਿ ਜਿੰਨੇ ਵੀ ਲੀਡਰ ਸਨ, ਇੱਕ ਪਾਸੇ ਫਤਿਹ ਜੰਗ ਬਾਜਵਾ, ਹੋਰ ਬੰਦੇ ਸਾਰੇ, ਤੇ ਈਵਨ ਕਿ ਸੁਨੀਲ ਜਾਖੜ ਵੀ, ਹਾਲਾਂਕਿ ਉਹ ਬੀਜੇਪੀ ਦੇ ਨੋਮੀਨੇਟ ਪ੍ਰਧਾਨ ਨੇ, ਉਹਨਾਂ ਨੂੰ ਬਣਾਇਆ ਗਿਆ, ਪਰ ਝਲਕਾਰਾ ਜਿਹੜਾ ਵੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਾਂਗਰਸ ਦਾ ਇੱਕ ਗਰੁੱਪ ਮੀਟਿੰਗ ਜਿਹੜੀ ਕਰ ਰਿਹਾ ਹੋਵੇ। ਬੜਾ ਉਸ ਦਿਨ ਵੀ ਇਹ ਚਰਚਾ ਵਾ, ਕਿਉਂਕਿ ਸਾਰੇ ਲੀਡਰ ਹੀ ਉਸ ਸਮੇਂ ਉਹ ਲੀਡਰ ਸਨ ਉਸ ਸਟੇਜ ਦੇ ਉੱਤੇ ਜਿਹੜੇ ਕਾਂਗਰਸ ਦੇ ਸਮੇਂ ਕਾਂਗਰਸ ਦੇ ਨਾਲ ਸੀ ਤੇ ਹੁਣ ਭਾਜਪਾ 'ਚ ਸ਼ਾਮਲ ਹੋ ਚੁੱਕੇ ਹੈ। ਤੇ ਜਦੋਂ ਇਹੋ ਜਿਹੀ ਸਥਿਤੀ ਹੋਵੇ ਤਾਂ ਜਦੋਂ ਭਾਜਪਾ ਦੀ ਜਿਹੜੀ ਅਸਲ ਟਕਸਾਲੀ ਇਕਾਈ ਹੈ ਜਾਂ ਟਕਸਾਲੀ ਨੇਤਾ ਉਹ ਉਸ ਸਟੇਜ ਤੇ ਮੌਜੂਦ ਨਾ ਹੋਣ ਤਾਂ ਇੱਕ ਵਿੱਥ ਬਣਾ ਕੇ ਚੱਲ ਰਹੇ ਹੋਣ, ਤਾਂ ਫਿਰ ਸਵਾਲ ਤਾਂ ਪ੍ਰਧਾਨਗੀ ਤੇ ਪੈਦਾ ਹੋਣੇ ਸੁਭਾਵਿਕ ਨਹੀਂ। ਬੀਤੇ ਦਿਨ ਅਸੀਂ ਇਹ ਵੀ ਗੱਲ ਕੀਤੀ ਕਿ ਸੁਨੀਲ ਜਾਖੜ ਨੂੰ ਲੈ ਕੇ ਜਦੋਂ ਪ੍ਰਧਾਨ ਬਣਾਇਆ ਗਿਆ ਤੇ ਭਾਜਪਾ ਦੇ ਜਿਹੜੇ ਸੂਬਾਈ ਨੇਤਾ ਨੇ ਉਹਨਾਂ ਦੇ ਵਿੱਚ ਇੱਕ ਆਕਰੋਸ਼ ਸੀ, ਹਾਈਕਮਾਨ ਦੇ ਖਿਲਾਫ ਇੱਕ ਗੁੱਸਾ, ਇੱਕ ਨਾਰਾਜ਼ਗੀ ਸੀ, ਜਿਸ ਕਰਕੇ ਅਸ਼ਵਨੀ ਸ਼ਰਮੇ ਦੇ ਵੀ ਅਸਤੀਫਾ ਜਿਹੜਾ ਉਹ ਆ ਗਿਆ। ਉਹਨਾਂ ਸੰਬੰਧੀ ਵੀ ਕਿ ਉਹ ਕਿਸੇ ਪਾਰਟੀ ਨੂੰ ਜੁਆਇਨ ਕਰ ਸਕਦੇ ਆ। ਖੈਰ ਉਹ ਇੱਕ ਅਲੱਗ ਤਰ੍ਹਾਂ ਦਾ ਵਿਸ਼ਾ, ਉਹ ਨਹੀਂ ਗਏ। ਪਰ ਹੁਣ ਤੱਕ ਤੁਸੀਂ ਦੇਖ ਲਓ ਕਿ ਜਦੋਂ ਦੇ ਇਹ ਸੁਨੀਲ ਜਾਖੜ ਹੋਣਾ ਨੇ ਪੰਜਾਬ ਭਾਜਪਾ ਦੀ ਕਮਾਨ ਸੰਭਾਲੀ ਆ, ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਘੱਟ ਲੀਡਰ ਹੋਣਗੇ ਜਿਹੜੇ ਉਹਨਾਂ ਭਾਜਪਾ ਦੇ ਅਸਲ ਲੀਡਰ, ਅਸਲ ਉਹ ਜਿਹੜੇ ਪੁਰਾਣੇ ਟਕਸਾਲੀ RSS ਜਿਹਨਾਂ ਦਾ ਪਿਛੋਕੜਿਆ, ਜਿਹੜੇ ਅਸਲ ਭਾਜਪਾਈ ਨੇ, ਉਹ ਕਦੇ ਵੀ ਸੁਨੀਲ ਜਾਖੜ ਦੇ ਸੱਜੇ ਜਾਂ ਖੱਬੇ ਵਿਖਾਈ ਨਹੀਂ ਦਿੱਤੇ। ਤਾਂ ਮੈਨੂੰ ਇਦਾਂ ਲੱਗਦਾ ਕਿ ਜਿਵੇਂ ਭਾਜਪਾ ਦੀ ਹਾਈਕਮਾਨ ਦੀ ਵੀ ਇਹੋ ਨੀਤੀ ਆ ਕਿ ਇੱਕ ਤਰੀਕੇ ਨਾਲ ਕਾਂਗਰਸ ਦੇ ਜਿੰਨੇ ਵੀ ਵੱਧ ਤੋਂ ਵੱਧ ਨੇਤਾ ਆਪਣੇ 'ਚ ਆਉਂਦੇ ਆ ਉਹਨਾਂ ਨੂੰ ਸ਼ਾਮਲ ਕਰ ਲਿਆ ਜਾਵੇ, ਤਾਂ ਇੱਕ ਕਿਸਮ ਨਾਲ ਪੰਜਾਬ ਵਿੱਚ ਕਾਂਗਰਸ ਨੂੰ ਹੀ ਖਤਮ ਕਰ ਦਿੱਤਾ ਜਾਵੇ ਤੇ ਇਹ ਜਿਹੜੇ ਵਿਅਕਤੀ ਨੇ ਇਹ ਨਾ ਪਤਾ ਲੱਗਣ ਕਿ ਇਹ ਭਾਜਪਾਈ ਆ ਜਾਂ ਕਾਂਗਰਸੀ ਆ। ਜਦੋਂ ਵੋਟਾਂ ਪੈਣ ਤਾਂ ਲੋਕੀ ਭੰਬਲ ਭੂਸੇ ਦੀ ਸਥਿਤੀ ਦੇ ਵਿੱਚ ਰਹਿਣ। ਸੋ ਅਜਿਹੀ ਸਥਿਤੀ ਦੇ ਵਿੱਚ ਸੁਨੀਲ ਜਾਖੜ ਦਾ ਤੁਸੀਂ ਨਾਮ ਲਿਆ। ਹੁਣ ਕੱਲ ਉਹ ਰਾਜਪਾਲ ਸਾਹਿਬ ਨੂੰ, ਕੱਲ ਜਾਂ ਪਰਸੋਂ ਰਾਜਪਾਲ ਸਾਹਿਬ ਨੂੰ ਮਿਲਣ ਜਾਂਦੇ ਆ ਇਹ ਪੰਜਾਬ ਦੇ ਵਿੱਚ ਹਰ ਪੀੜਤਾਂ ਦੀ ਸਥਿਤੀ ਨੂੰ ਜਾਇਜ਼ਾ ਲੈਣ ਵਾਸਤੇ ਕਿ ਤੁਸੀਂ ਰਿਪੋਰਟ ਜਿਹੜੀ ਭੇਜੋ ਜਾਂ ਇੱਕ ਸਰਕਾਰ ਨੂੰ ਕਹੋ। ਪਰ ਬੜੀ ਹੈਰਾਨਗੀ ਦੀ ਗੱਲ ਹੁੰਦੀ, ਕਹਿੰਦੇ ਉਹਨਾਂ ਦੇ ਨਾਲ ਅਸਲ ਟਕਸਾਲੀ ਭਾਜਪਾਈ ਨੇਤਾ ਸਿਰਫ ਇੱਕ ਜਾਂ ਦੋ ਹੀ, ਬਾਕੀ ਸਾਰੇ ਉਹ ਸਨ ਜਿਹੜੇ ਬੀਤੇ ਸਮੇਂ ਵਿੱਚ ਕਾਂਗਰਸ ਦੇ ਜਿਹੜੇ ਵੱਡੇ ਚਿਹਰੇ ਰਹੇ ਨੇ ਜਾਂ ਹੁਣ ਭਾਜਪਾ ਦੇ ਚਿਹਰੇ ਬਣ ਚੁੱਕੇ ਨੇ। ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਜਿਨ੍ਹਾਂ ਬੀਤੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਭਾਜਪਾ ਨੂੰ ਜਮਾਉਣ ਵਾਸਤੇ ਇੱਕ ਲੰਮੀ ਲੜਾਈ ਜਿਹੜੀ ਹੈ ਲੜੀ ਹੋਵੇ, ਜੇਕਰ ਉਹ ਹੁਣ ਆਪਣੇ ਘਰ ਬਹਿ ਜਾਣ ਤੇ ਸੁਨੀਲ ਜਾਖੜ ਆਪਣੇ ਕਾਂਗਰਸੀ ਜਿਹੜੇ ਸਾਬਕਾ ਕਾਂਗਰਸੀ ਦੀ ਮਦਦ ਤੇ ਆਪ ਵੀ ਸਾਬਕਾ ਕਾਂਗਰਸੀ ਮਦਦ ਦੇ ਨਾਲ ਪੰਜਾਬ ਦੇ ਵਿੱਚ ਨਿੱਤਰਦੇ ਨੇ, ਤੇ ਮੇਰਾ ਨਹੀਂ ਖਿਆਲ ਕਿ ਭਾਜਪਾ ਫਿਰ 2024 ਦੇ ਆਪਣੇ ਉਸ ਨਿਸ਼ਾਨੇ ਨੂੰ ਪ੍ਰਾਪਤ ਕਰ ਸਕੇ ਜਿਸ ਨਿਸ਼ਾਨੇ ਨੂੰ ਲੈ ਕੇ ਉਹਨਾਂ ਨੇ ਕਾਂਗਰਸ ਦੇ ਤੇ ਅਕਾਲੀਆਂ ਦੇ ਕਈ ਵੱਡੇ ਲੀਡਰ ਨੂੰ ਆਪਸ ਦੇ ਵਿੱਚ ਆਪਣੇ ਵਿੱਚ ਸ਼ਾਮਲ ਜਿਹੜਾ ਕਰਵਾਇਆ ਹੈਗਾ। ਤਾਂ ਅਜਿਹੀ ਸਥਿਤੀ ਵਿੱਚ ਫਿਰ ਹੋ ਸਕਦਾ ਕਿ ਅਗਲੇ ਕੁਝ ਦਿਨਾਂ ਵਿੱਚ ਜਿੱਥੇ ਅਸੀਂ ਕਹਿ ਦਿੰਦੇ ਕਿ ਰਾਜਾ ਵੜਿੰਗ ਦੀ ਵੀ ਪ੍ਰਧਾਨਗੀ ਖਤਰੇ 'ਚ ਆ, ਕਿਉਂਕਿ ਉਸ ਦੀ ਮੌਜੂਦਗੀ ਦੇ ਵਿੱਚ ਜ਼ਿਆਦਾਤਰ ਕਾਂਗਰਸੀ ਨੇਤਾ ਭਾਜਪਾ 'ਚ ਚਲੇ ਗਏ, ਤੇ ਦੂਜੇ ਪਾਸੇ ਹੁਣ ਜਦੋਂ ਭਾਜਪਾ ਦਾ ਕਾਂਗਰਸੀਕਰਨ ਹੋ ਚੁੱਕਾ ਤੇ ਥੱਲੇੋਂ ਭਾਜਪਾਈ ਲੀਡਰ ਘਰ ਬਹਿ ਚੁੱਕੇ ਆ, ਤੇ ਹੋ ਸਕਦਾ ਕਿ ਸੁਨੀਲ ਜਾਖੜ ਨੂੰ ਵੀ ਭਾਜਪਾ ਜਿਹੜੀ ਵੱਡਾ ਝਟਕਾ ਦੇ ਕੇ ਘਰ ਬਿਠਾ ਦੇ, ਨਾ ਉਧਰ ਦਾ ਰਹਿਣ ਦਿੱਤਾ ਜਾਵੇ ਨਾ ਆਪਣੇ ਜੋਗਾ, ਭਾਵ ਕਿ ਕਾਂਗਰਸ ਨੂੰ ਇਸ ਤਰੀਕੇ ਨਾਲ ਖਤਮ ਕਰ ਦਿੱਤਾ ਜਾਵੇ ਕਿ ਹੋਂਦੀ ਜਿਹੜੀ ਆ ਪੰਜਾਬ 'ਚ ਖਤਮ ਹੋ ਜਾਵੇ। ਬਿਲਕੁਲ ਉਸ ਸਥਿਤੀ ਦੇ ਨਾਲ ਜਿਵੇਂ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਸ਼ਿਵ ਸੈਨਾ ਦਾ ਕੀਤਾ, ਸ਼ਿਵ ਸੈਨਾ ਨੂੰ ਦੋ ਗੁੱਟਾਂ 'ਚ ਵੰਡਿਆ, ਏਕਨਾਥ ਸ਼ਿੰਦੇ ਜਾਂ ਦੂਜਾ ਗਰੁੱਪ ਖਤਮ ਕਰ ਦਿੱਤੇ, ਉਹੋ ਜਿਹੀ ਸਥਿਤੀ ਹੁਣ ਲੱਗ ਰਹੀ ਆ। ਖੈਰ ਉਹ ਵੀ ਇੱਕ ਵੱਖਰਾ ਵਿਸ਼ਾ ਹੈਗਾ ਬਹਿਸ ਦਾ, ਪਰ ਮੌਜੂਦਾ ਸਥਿਤੀ ਜਿਹੜੀ ਬਿਆਨ ਕੀਤੀ ਆ ਸੁਨੀਲ ਜਾਖੜ ਦੀ ਪ੍ਰਧਾਨਗੀ ਨੂੰ ਲੈ ਕੇ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਭਾਜਪਾ ਨੇਤਾਵਾਂ ਦਾ ਸਾਥ ਜਿਹੜਾ ਨਹੀਂ ਮਿਲਦਾ ਪਿਆ, ਤਾਂ ਉਹ ਦੂਜੇ ਆਪਣੇ ਕਾਂਗਰਸੀ ਸਾਬਕਾ ਕਾਂਗਰਸੀ ਨੇਤਾ ਨਾਲ ਦੇ ਤੁਰ ਫਿਰ ਰਹੇ ਆ, ਇਹ ਭਾਜਪਾ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ ਆ। ਆਉਂਦਿਆਂ ਦਿਨਾਂ 'ਚ ਹੋ ਸਕਦਾ ਕਿ ਇਸ ਗੱਲ ਨੂੰ ਲੈ ਕੇ ਇੱਕ ਨਾਰਾਜ਼ਗੀ ਪੈਦਾ ਹੋਵੇ ਤੇ ਭਾਜਪਾ ਦੀ ਹਾਈਕਮਾਨ ਸੁਨੀਲ ਜਾਖੜ ਨੂੰ ਕਹੇ ਕਿ ਹਾਂਜੀ ਬਸ ਤੁਹਾਡੀ ਲੋੜ ਇਹ ਨਹੀਂ ਕਿਸੇ, ਹੁਣ ਤੁਸੀਂ ਘਰ ਬੈਠੋ, ਆਪਣੇ ਬੰਦੇ ਜਿਹੜੇ ਦੂਜੇ ਤਿਆਰ ਨੇ। ਇਹੋ ਜਿਹੀ ਪੋਸੀਬਿਲਿਟੀ ਜਾਂ ਇਹੋ ਜਿਹੀ ਸੰਭਾਵਨਾ ਵੀ ਬਣ ਸਕਦੀ। ਜੀ ਬਿਲਕੁਲ ਬਿਲਕੁਲ। ਜਿਸ ਤਰੀਕੇ ਨਾਲ ਹੁਣ ਪੰਜਾਬ ਦੇ ਵਿੱਚ ਸਥਿਤੀਆਂ ਤੁਸੀਂ ਬਿਆਨ ਕੀਤੀਆਂ ਨੇ, ਹੋ ਸਕਦਾ ਕਿ ਭਾਜਪਾ ਦੀ ਹਾਈਕਮਾਨ ਸੁਨੀਲ ਜਾਖੜ ਸੰਬੰਧੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਫੈਸਲਾ ਲੈ ਲਵੇ। ਦੂਸਰੇ ਪਾਸੇ ਭਾਜਪਾ ਦੀ ਇੱਕ ਹੋਰ ਉਸ ਚਿਹਰੇ ਦੀ ਗੱਲ ਕਰਾਂਗੇ ਜਿਹੜਾ ਕਾਂਗਰਸ ਨੂੰ ਛੱਡ ਕੇ ਗਿਆ ਸੀ, ਗੱਲ ਮਨਪ੍ਰੀਤ ਬਾਦਲ ਦੀ, ਕਿਉਂਕਿ ਉਹਨਾਂ ਦੇ ਮੁਸ਼ਕਲਾਂ ਦੇ ਵਿੱਚ ਵੱਡਾ ਵਾਧਾ ਹੋ ਸਕਦਾ ਹੈ। ਕਿਉਂ ਕਹਿ ਰਹੇ ਹਾਂ? ਕਿਉਂਕਿ ਉਹਨਾਂ ਖਿਲਾਫ ਜੋ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਉਸ ਦੇ ਵਿੱਚ ਕੁਝ ਵੱਡੇ ਖੁਲਾਸੇ ਹੋਏ ਨੇ। ਇਹ ਖੁਲਾਸਿਆਂ ਤੋਂ ਬਾਅਦ ਵਿਜੀਲੈਂਸ ਦਾ ਸਿਕੰਜਾ ਹੁਣ ਮਨਪ੍ਰੀਤ ਬਾਦਲ ਦੇ ਦੁਆਰੇ ਕੱਸਿਆ ਜਾ ਸਕਦਾ ਹੈ। ਕਿਹੜੇ ਉਹ ਖੁਲਾਸੇ ਨੇ ਜਿਹੜੇ ਵਿਜੀਲੈਂਸ ਜਾਂਚ ਦੇ ਵਿੱਚ ਹੋਏ ਨੇ ਤੇ ਕਿਸ ਤਰੀਕੇ ਦੇ ਨਾਲ ਹੁਣ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ? ਮਾਨ ਸਾਹਿਬ, ਕੱਲ ਮਨਪ੍ਰੀਤ ਬਾਦਲ ਦਾ ਫਿਰ ਇੱਕ ਟਵੀਟ ਆਇਆ, ਕਿਉਂਕਿ ਟਵੀਟ ਆਉਣ ਦੀ ਆਸ ਸੀ। ਟਵੀਟ ਤਾਂ
ਉਸ ਸੰਬੰਧ ਚ ਆਇਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਉਹ ਇਮਾਨਦਾਰੀ ਦੀ ਗੱਲ ਨਾ ਕਰੋ, ਤੁਹਾਡੇ ਇਕੱਲੇ ਇਕੱਲੇ ਕਿੰਨੂ ਨੂੰ ਮੈਂ ਜਾਣਨਾ, ਤੁਹਾਡੇ ਬਾਗ ਦੇ ਅਮਰੂਦਾਂ ਨੂੰ ਜਾਣਨਾ। ਤੇ ਫਿਰ ਉਹਨਾਂ ਨੇ ਇੱਕ ਸ਼ੇਰ ਜਿਹੜਾ ਮੁਖਾਤਬ ਹੋ ਕੇ ਉਹਨਾਂ ਨੇ ਤੁਹਾਡੀ ਹੀ ਜ਼ਬਾਨ 'ਚ ਤੁਹਾਨੂੰ ਮੈਂ ਪ੍ਰਸ਼ਨ ਕਰ ਰਿਹਾ, ਨਾ ਇਧਰ ਉਧਰ ਕੀ ਤੂੰ ਬਾਤ ਕਰ, ਇਹ ਬਤਾ ਕੇ ਕਾਫਲਾ ਕਿਉਂ ਲੁੱਟਾ। ਇਸ ਤਰ੍ਹਾਂ ਦੀ ਉਹਨਾਂ ਨੇ ਗੱਲਬਾਤ ਮਾਨ ਸਾਹਿਬ ਨੇ ਜਿਹੜਾ ਸ਼ੇਅਰ ਕੀਤਾ। ਤਾਂ ਫਿਰ ਕੁਦਰਤੀ ਤੌਰ ਤੇ ਦੂਜੇ ਪਾਸੇ ਵੀ ਮਨਪ੍ਰੀਤ ਬਾਦਲ ਆ, ਇੱਕ ਤਗੜਾ ਸਿਆਸੀ ਪਰਿਵਾਰ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਸਿਆਸਤ 'ਚ ਕੱਟੀ ਹੋਵੇ, ਤਾਂ ਫਿਰ ਮਿਹਨੋ ਮਿਹਣੀ ਤਾਂ ਹੋਣਾ ਸੀ। ਉਹਨਾਂ ਨੇ ਫਿਰ ਭਗਵੰਤ ਮਾਨ ਦਾ ਇੱਕ ਉਹ ਵੀਡੀਓ ਜਾਰੀ ਕੀਤਾ ਜਦੋਂ ਉਹ ਆਮ ਆਦਮੀ ਪਾਰਟੀ ਮਾਫ ਕਰਦਾ PPP ਪਾਰਟੀ ਦੇ ਵਿੱਚ ਉਹਨਾਂ ਦੇ ਸਾਥੀ ਹੁੰਦੇ ਸਨ ਤੇ ਬੜਾ ਵੱਡਾ ਕਹਿ ਰਹੇ ਸਨ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਅਜਿਹਾ ਬਣੇਗਾ ਜਿਹੜਾ ਲਾਈਨ ਵਿੱਚ ਲੱਗ ਕੇ ਗੈਸ ਲਵੇਗਾ ਤੇ ਵਿੱਤ ਮੰਤਰੀ ਅਜਿਹੇ ਹੋਣਗੇ ਜਿਹੜੇ ਬਿਨਾਂ ਡਰਾਈਵਰ ਤੋਂ ਆਪਣੀ ਗੱਡੀ ਜਿਹੜੀ ਆ ਆਪ ਖੁਦ ਚਲਾਉਣਗੇ। ਇਹ ਭਗਵੰਤ ਮਾਨ ਦਾ ਉਹ ਵੀਡੀਓ ਉਹਨਾਂ ਨੇ ਸ਼ੇਅਰ ਕੀਤਾ ਤੇ ਨਾਲ ਹੀ ਫਿਰ ਉਹਨਾਂ ਨੇ ਇੱਕ ਸ਼ੇਰ ਦਾ ਫਿਰ ਸ਼ੇਰ 'ਚ ਜਵਾਬ ਦੇ ਦਿੱਤਾ ਕਿ ਮੁਝੇ ਰਹਿਬरों से गिला नहीं, तेरे रहबरी पर मलाल है। कोई इस तरह का शेर ਜਿਹੜਾ ਮਨਪ੍ਰੀਤ ਬਾਦਲ ਸਾਹਿਬ ਨੇ ਉਹ ਦੇ ਦਿੱਤਾ। ਤਾਂ ਸ਼ੇਰੋ ਸ਼ੇਰੀ ਜਿਹੜੀ ਜੰਗ ਜਿਹੜੀ ਉਹ ਜਾਰੀ ਹੋ ਗਈ। ਕੱਲ ਵੀ ਗੱਲ ਕੀਤੀ ਸੀਗੀ, ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਜੇ ਟਵੀਟ ਕਰਨ ਤੋਂ ਬਾਜ ਆਉਣ, ਨਹੀਂ ਚਾਹੀਦਾ ਉਹਨਾਂ ਦਾ ਜਿਹੜਾ ਅਹੁਦਾ ਆ ਉਹ ਬਹੁਤ ਉੱਚਾ ਆ, ਤਾਂ ਉਹ ਇੱਕ ਛੋਟੀਆਂ ਮੋਟੀਆਂ ਗੱਲਾਂ, ਕਿਉਂਕਿ ਹੁਣ ਮਨਪ੍ਰੀਤ ਬਾਦਲ ਦੀ ਉਹਨਾਂ ਸਾਹਮਣੇ ਕੋਈ ਹੋਂਦ ਜਿਹੜੀ ਆ ਉਹ ਨਹੀਂ ਬਚਦੀ, ਉਹ ਹਾਰਿਆ ਹੋਇਆ ਨੇਤਾ ਹੈਗਾ। ਖੈਰ ਉਹਨਾਂ ਨੇ ਦੇ ਦਿੱਤਾ। ਤੇ ਇਹੋ ਜਿਹੀ ਗੱਲ ਜਿਹੜੀ ਆ ਆਮ ਤੌਰ ਤੇ ਆਮੋ ਸਾਹਮਣੇ ਹੋਵੇ ਫਿਰ ਤਾਂ ਚੰਗੀ ਲੱਗਦੀ ਹੈ, ਪਰ ਅਖਬਾਰਾਂ ਦੇ ਵਿੱਚ ਇੱਕ ਦੂਜੇ ਦਾ ਜਲੂਸ ਕੱਢਣਾ। ਪਰ ਜਿਸ ਤਰੀਕੇ ਨਾਲ ਐਨੀ ਹੋ ਜਿਸ ਤਰੀਕੇ ਨਾਲ ਮਨਪ੍ਰੀਤ ਬਾਦਲ ਨੇ ਕੱਲ ਜਵਾਬ ਦਿੱਤਾ, ਹੁਣ ਇਹ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਦਾ ਅਗਲਾ ਬਿਆਨ ਕੀ ਹੁੰਦਾ। ਉਹਨਾਂ ਨੇ ਉਹ ਬਿਆਨ ਦਿੱਤਾ ਜਦੋਂ PP ਦੇ ਉਹ ਸਾਥੀ ਸਨ। ਇਹ ਤਾਂ ਸਥਿਤੀ ਹੋ ਗਈ ਅਲੱਗ। ਪਰ ਹੁਣ ਜਿਸ ਤਰੀਕੇ ਨਾਲ ਮੁਸ਼ਕਲਾਂ ਜਿਹੜੀਆਂ ਵੱਧ ਰਹੀਆਂ ਨੇ, ਜਿਸ ਤਰੀਕੇ ਨਾਲ ਸਰੂਪ ਚੰਦ ਸਿੰਗਲਾ ਆਪਣੇ ਉਸ ਐਪਲੀਕੇਸ਼ਨ ਤੇ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ ਜਿਸ ਤਰ੍ਹਾਂ ਪਹਿਲਾਂ ਸੀ, ਤੇ ਕਹਿੰਦਾ ਮੈਂ ਕੋਈ ਵੀ ਚੀਜ਼ ਵਾਪਸ ਨਹੀਂ ਲੈਣੀ, ਭਾਵ ਕਿ ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ਜ਼ਰੂਰ ਵਧਣਗੀਆਂ। ਉਸ ਦਿਨ ਮਨਪ੍ਰੀਤ ਬਾਦਲ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ, ਜਿਸ ਤਰੀਕੇ ਨਾਲ ਉਹਨਾਂ ਦਾ ਲਿਹਾਜ਼ਾ ਇਹ ਭਗਵੰਤ ਤੂੰ ਦੇਖ ਲੈ, ਜਿੰਨੀ ਤੇਰੀ ਔਕਾਤ ਹੈ, ਮਤਲਬ ਇਸ ਤਰ੍ਹਾਂ ਦੇ ਅੰਦਾਜ਼ 'ਚ ਉਹ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਤੂੰ ਕਰ ਲੈ। ਪਰ ਜਿਹੜੇ ਹੁਣ ਵਿਜੀਲੈਂਸ ਨੇ ਖੁਲਾਸੇ ਹੋ ਰਹੇ ਜਾਂ ਵਿਜੀਲੈਂਸ ਜਿਸ ਪਕੜ ਤੇ ਜਾਂਚ ਕਰ ਰਹੀ ਆ, ਉਹਦੇ ਨਾਲ ਮਨਪ੍ਰੀਤ ਬਾਦਲ ਦਾ ਕਿਰਦਾਰ ਜਿਹੜਾ ਉਹ ਸ਼ੱਕੀ ਜਾ ਰਿਹਾ। ਕਿਰਦਾਰ ਸ਼ੱਕੀ ਇਸ ਤਰ੍ਹਾਂ ਜਾ ਰਿਹਾ, ਪਹਿਲਾਂ ਤਾਂ ਟੈਕਸ ਦੇ ਵਿੱਚ ਚੋਰੀ ਜਿਹੜੀ ਕੀਤੀ ਹੈ, ਕਿਉਂਕਿ ਜਿਹੜੇ ਇਹ ਪਲਾਟ ਉੱਥੇ ਦੋ ਪਲਾਟ ਜਿਹੜੇ ਖਰੀਦੇ ਗਏ 725 ਨੰਬਰ ਤੇ 726 ਨੰਬਰ, ਇਹ 25,721 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਉਹਨਾਂ ਨੇ ਖਰੀਦੇ ਨੇ। ਪਰ ਜਿਹੜੀ ਰਜਿਸਟਰੀ ਕੀਤੀ ਆ ਉਹ 16,000 ਪ੍ਰਤੀ ਗਜ ਦੇ ਹਿਸਾਬ ਨਾਲ ਖਰੀਦੀ ਗਈ। ਭਾਵ ਇਹਦੇ ਵਿੱਚ ਇਕੱਠਾ ਹੀ ਜਿਹੜਾ ਕਹਿੰਦੇ ਨੇ ਕਿ 40 ਕੁ ਲੱਖ ਦਾ ਜਿਹੜਾ ਚੂਨਾ, ਜੇ ਮੈਂ ਗਲਤ ਨਾ ਹੋਵਾਂ, ਇਹ ਇਹਨਾਂ ਕੁ ਲਗਾਇਆ ਰਜਿਸਟਰੀ ਕਰਾਉਣ ਦੇ ਮਸਲੇ ਦੇ ਵਿੱਚ। ਹੁਣ ਜਿਹੜੇ ਅਗਲੇ ਦਿਲਚਸਪ ਖੁਲਾਸੇ ਉਹ ਇਹ ਨੇ ਕਿ ਜਦੋਂ ਇਹ ਕਮਰਸ਼ੀਅਲ ਤੋਂ ਰੈਜ਼ੀਡੈਂਸ਼ੀਅਲ ਪਲਾਟ ਬਣਾਏ ਗਏ, ਤਾਂ ਉਸ ਵਕਤ ਜਦੋਂ ਇਹਦਾ ਪੋਰਟਲ ਬਠਿੰਡਾ ਨਗਰ ਨਿਗਮ ਨੇ ਜਦੋਂ ਪਾਇਆ, ਤੇ ਜਦੋਂ ਇਸ ਦੀ ਬੋਲੀ ਕਰਨੀ ਸੀ 7 ਸਤੰਬਰ ਤੋਂ ਲੈ ਕੇ ਮਾਫ ਕਰਨਾ 17 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਇਸ ਦੀ 10 ਦਿਨ ਵਾਸਤੇ ਬੋਲੀ ਜਿਹੜੀ ਹੈ ਉਹ ਰੱਖੀ ਗਈ। ਤਾਂ ਜੋ ਕਹਿੰਦੇ ਨੇ ਸੂਤਰ ਕਹਿੰਦੇ ਨੇ ਕਿ ਇਹ 10 ਦਿਨਾਂ ਦੇ ਵਿੱਚ ਇਸ ਪੋਰਟਲ ਦੇ ਉੱਤੇ ਇੱਕ ਵੀ ਕਿਸੇ ਵੀ ਬੰਦੇ ਨੇ ਬੋਲੀ ਵਾਸਤੇ ਕੋਈ ਬੰਦੇ ਨੇ ਕੋਈ ਪੈਸੇ ਨਹੀਂ ਦਿੱਤੇ ਜਾਂ ਬੁੱਕ ਨਹੀਂ ਕੀਤਾ। ਉਸ ਦਾ ਕਾਰਨ ਇਹ ਕਹਿੰਦੇ ਆ ਕਿ ਜਿਹੜਾ ਇਹ ਪੋਰਟਲ ਦੇ ਵਿੱਚ ਜਿਹੜਾ ਨਕਸ਼ਾ ਅਪਲੋਡ ਕੀਤਾ ਗਿਆ, ਉਸ ਨਕਸ਼ਾ ਬਿਲਕੁਲ ਕਲੀਅਰ ਨਹੀਂ ਸੀ। ਉਹਦੇ ਉੱਤੇ ਕੋਈ ਨੰਬਰ ਹੀ ਪਤਾ ਨਹੀਂ ਸੀ ਲੱਗਦੀ ਕਿਹੜਾ ਪਲਾਟ ਕਿਹੜਾ ਆ, ਉਸ ਦਾ ਨੰਬਰ ਕੀ ਆ। ਭਾਵ ਜਿਹੜਾ ਨਕਸ਼ਾ ਅਪਲੋਡ ਕੀਤਾ ਗਿਆ ਉਹ ਇਹੋ ਜਿਹਾ ਕੀਤਾ ਗਿਆ ਕਿ ਜਿਹੜਾ ਕਿਸੇ ਵੀ ਵਿਅਕਤੀ ਦੇ ਸਮਝ ਨਹੀਂ ਆਇਆ। ਭਾਵ ਉਹਦੇ ਉੱਤੇ ਨੰਬਰ ਲਿਖੇ ਹੀ ਨਹੀਂ ਸਮਝੇ ਕਿ ਕਿਹੜੇ ਨੰਬਰ ਦਾ ਕਿਹੜਾ ਪਲਾਟ ਆ। ਇਸ ਕਾਰਨ ਕਹਿੰਦੇ 9 ਦਿਨ ਤੱਕ ਕੋਈ ਵੀ ਵਿਅਕਤੀ ਨੇ ਉਸ ਪੋਰਟਲ ਦੇ ਉੱਤੇ ਕਿਸੇ ਵੀ ਕਿਸਮ ਦੀ ਬੁਕਿੰਗ ਜਾਂ ਬੋਲੀ ਜਿਹੜੀ ਹੈ ਨਹੀਂ ਦਿੱਤੀ। ਕਹਿੰਦੇ ਫਿਰ ਅਚਾਨਕ 27 ਤਰੀਕ ਨੂੰ ਜਦੋਂ ਪੋਰਟਲ ਖਤਮ ਹੋਣਾ ਸੀ, ਉਸ ਦਿਨ ਇੱਕ ਹੀ ਲੈਪਟਾਪ ਤੋਂ, ਭਾਵ ਇੱਕ ਹੀ IP ਐਡਰੈਸ ਤੋਂ ਕਹਿੰਦਾ 2 ਪਲਾਟਾਂ ਦੀ ਜਿਹੜੀ ਬੋਲੀ ਹੁੰਦੀ ਹੈ। ਕਹਿੰਦਾ ਜਦੋਂ ਤੇ ਦੂਜੇ ਪਾਸੇ ਜਦੋਂ ਕਿ ਉਹਨਾਂ ਪਲਾਟਾਂ ਦੇ ਨੰਬਰ ਵੀ ਸ਼ਾਮਲ ਨਹੀਂ ਸਨ, ਕਹਿੰਦਾ ਕਿ ਇਸ ਕਰਕੇ ਉਹ ਜਿਹੜੀ 2 ਬੋਲੀ ਅਰਜੀਬ ਅਰੋੜਾ ਤੇ ਕੋਈ ਇੱਕ ਨਾਮ ਹੋਰ ਹੈਗਾ, ਉਹਨਾਂ ਵੱਲੋਂ ਜਿਹੜੀ ਦਰਖਾਸਤ ਦਿੱਤੀ ਗਈ ਪਲਾਟਾਂ ਨੂੰ ਲੈ ਕੇ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ। ਹੁਣ ਅਗਲੇ ਵੀ ਗੱਲ ਕਹਿੰਦੇ ਕਿ ਵੇਖ ਲਓ, ਕਹਿੰਦੇ ਕਿ ਜਦੋਂ ਉਹ ਦਰਖਾਸਤ ਬੋਲੀ ਜਦੋਂ ਦਿੱਤੀ ਗਈ ਇੱਕੋ ਹੀ ਐਡਰੈਸ ਤੋਂ, ਤਾਂ ਉਹਦੀ ਜਿਹੜੀ ਪੇਮੈਂਟ ਹੈਗੀ ਆ ਕੋਈ 68 ਲੱਖ ਰੁਪਈਆ ਜਿਹੜੀ ਬਣਦੀ ਆ, ਉਹ ਕਹਿੰਦੇ ਨੇ 4 ਜਾਂ 5 ਅਗਸਤ ਨੂੰ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤੀ ਜਾਂਦੀ ਹੈ। ਪਰ ਦੂਜੇ ਪਾਸੇ ਉਹਨਾਂ ਬੰਦਿਆਂ ਨੂੰ ਅਜੇ ਅਲਾਟਮੈਂਟ ਹੋਈ ਨਹੀਂ ਹੁੰਦੀ ਪਲਾਟਾਂ ਦੀ, ਕਿ ਜਿਹੜੇ ਉਹ ਪਲਾਟਾਂ ਦੇ ਪੈਸੇ ਵੀ ਪੇਮੈਂਟ ਕਰ ਦਿੰਦੇ ਆ 4 ਜਾਂ 5 ਅਗਸਤ ਨੂੰ ਬਿਨਾਂ ਕੋਈ ਅਲਾਟਮੈਂਟ ਹੋਇਆ। ਤਾਂ ਕਹਿੰਦੇ ਕਿ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ
ਕਿ ਪਲਾਟ ਕਿਹੜੇ ਨੇ, ਉਹਨਾਂ ਨੂੰ ਕੋਈ ਆਪਾਂ ਜਿਹੜਾ ਬੋਲੀ ਬਠਿੰਡਾ ਨਗਰ ਨਿਗਮ ਵੱਲੋਂ ਕੋਈ ਪੱਤਰ ਹੀ ਨਹੀਂ ਦਿੱਤਾ ਜਾਂਦਾ, ਅਲਾਟਮੈਂਟ ਪੱਤਰ ਹੀ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ ਕਿ ਇਹ ਪਲਾਟ ਤੁਹਾਨੂੰ ਅਲਾਟ ਕਰ ਦਿੱਤੇ ਗਏ ਨੇ। ਉਸ ਅਲਾਟਮੈਂਟ ਪੱਤਰ ਦੇਣ ਤੋਂ ਪਹਿਲਾਂ ਹੀ ਜੇਕਰ ਉਹ ਵਿਅਕਤੀ ਪੇਮੈਂਟ ਕਰ ਦਿੰਦੇ ਨੇ 68 ਲੱਖ ਦੀ, ਤੇ ਫਿਰ ਉਹ ਪਲਾਟ ਜਿਹੜੇ ਨੇ ਮਨਪ੍ਰੀਤ ਬਾਦਲ ਹੁਣੀ ਖਰੀਦ ਲੈਂਦੇ ਨੇ, ਤਾਂ ਕਹਿੰਦੇ ਫਿਰ ਇਹ ਸਭ ਕਾਲਾ ਮਾਲਾ ਹੈ। ਹੁਣ ਇਹ ਜਿਹੜਾ ਅਹਿਮ ਖੁਲਾਸਾ ਆ, ਇਹ ਮੇਰਾ ਨਹੀਂ ਖਿਆਲ ਕਿ ਮਾਫ ਕਰਨਾ ਮਨਪ੍ਰੀਤ ਬਾਦਲ ਦਾ ਏਟੀ ਛੱਤੀ ਖਹਿੜਾ ਛੱਡੇ ਕਿਸ ਤਰੀਕੇ ਨਾਲ 17 ਤਰੀਕ ਤੋਂ ਲੈ ਕੇ 26 ਤਰੀਕ ਤੱਕ ਉਸ ਪੋਰਟਲ ਤੇ ਕਿਸੇ ਵੀ ਕਿਸਮ ਦਾ ਕੋਈ ਵੀ ਵਿਅਕਤੀ ਬੋਲੀ ਨਹੀਂ ਦਿੰਦਾ, ਕਿਉਂਕਿ ਉਸ ਪੋਰਟਲ ਦੇ ਵਿੱਚ ਜਿਹੜਾ ਨਕਸ਼ਾ ਅਪਲੋਡ ਹੁੰਦਾ ਉਹਦਾ ਕੋਈ ਵੀ ਨੰਬਰ ਸਪੈਸ਼ਲੀ ਪਤਾ ਹੀ ਨਹੀਂ, ਨੰਬਰ ਹੈ ਹੀ ਨਹੀਂ। ਫਿਰ ਅਖੀਰ ਆਖਰੀ ਦਿਨ ਦੋ ਬੰਦੇ ਦੋ ਪਲਾਟਾਂ ਦੀ ਇੱਕੋ ਹੀ ਬੋਲੀ ਦਿੰਦੇ ਨੇ। ਇਹ ਕਿਵੇਂ ਪੋਸੀਬਲ ਹੈ ਕਿ ਇੱਕੋ ਹੀ ਆਈਪੀ ਐਡਰੈਸ ਤੋਂ ਦੋ ਬੰਦੇ ਵੱਖ-ਵੱਖ ਬੋਲੀ ਦੇ ਦੇਣ? ਚਲੋ ਉਹ ਵੀ ਮੰਨ ਲਾ ਦੇ ਦਿੱਤੀ ਗਈ, ਉਦੋਂ ਸ਼ੱਕ ਦੇ ਘੇਰੇ ਚ ਆ ਕੇ ਫਿਰ ਅਜੇ ਅਲਾਟਮੈਂਟ ਹੁੰਦੀ ਨਹੀਂ, ਉਹਨਾਂ ਦੋ ਵਿਅਕਤੀਆਂ ਵੱਲੋਂ 68 ਲੱਖ ਰੁਪਈਆ ਪੇਮੈਂਟ ਕਰ ਦਿੱਤੀ ਜਾਂਦੀ ਹੈ। ਉਹ ਕਿਸ ਕਰਕੇ ਫਿਰ ਅਲਾਟਮੈਂਟ ਲੈਟਰ ਬਾਅਦ ਚ ਮਿਲਦਾ, ਬੋਲੀ ਜਿਹੜੀ ਆ ਪੈਸੇ ਪਹਿਲਾਂ ਦੇ ਦਿੱਤੇ ਜਾਂਦੇ ਨੇ। ਸੋ ਅਜਿਹੇ ਸਵਾਲ ਜਿਹੜੇ ਬੜੇ ਨੇ, ਜਿਹੜੇ ਵਿਜੀਲੈਂਸ ਹੁਣ ਆਪਣੇ ਪੱਧਰ ਤੇ ਜਾਂਚ ਜਿਹੜੀ ਕਰ ਰਹੀ ਆ, ਹੁਣ ਵੇਖਣਾ ਹੋਵੇਗਾ ਕਿ ਹਾਂ ਭਗਵੰਤ ਮਾਨ ਮੈਂ ਕਿਸੇ ਕੋਲ ਡਰਦਾ ਨਹੀਂ, ਜਿੰਨੀ ਤੇਰੀ ਔਕਾਤ ਹੈ ਤੂੰ ਲਾ ਲਾ। ਹੁਣ ਵੇਖਣਾ ਇਹ ਹੋਏਗਾ ਕਿ ਹੁਣ ਭਗਵੰਤ ਮਾਨ ਦੀ ਕੀ ਔਕਾਤ ਆ, ਜਾਂ ਵਿਜੀਲੈਂਸ ਦੀ ਔਕਾਤ ਆ, ਜਾਂ ਫਿਰ ਬਾਦਲ ਸਾਹਿਬ ਕਿਹੜਾ ਸ਼ੇਰ ਬੋਲਣਗੇ ਇਸ ਸਥਿਤੀ ਦੇ ਵਿੱਚ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਬਿਲਕੁਲ ਜੀ, ਬਿਲਕੁਲ। ਪਰ ਜਿਸ ਤਰੀਕੇ ਨਾਲ ਤੁਸੀਂ ਇਹ ਸਥਿਤੀਆਂ ਦੱਸੀਆਂ ਨੇ ਸਾਡੇ ਦਰਸ਼ਕਾਂ ਨੂੰ, ਲੱਗਦਾ ਵੀ ਮਨਪ੍ਰੀਤ ਬਾਦਲ ਦੀਆਂ ਮੁਸ਼ਕਿਲਾਂ ਵਧਣਗੀਆਂ। ਸੋ ਕਿੰਨੀਆਂ ਮੁਸ਼ਕਿਲਾਂ ਵਧਣਗੀਆਂ ਜਾਂ ਫਿਰ ਇਸ ਮੁਸ਼ਕਿਲਾਂ ਤੋਂ ਬਾਹਰ ਨਿਕਲਣਗੇ, ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਸੋ ਸਰ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।